ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੈਨੇਡਾ ਦੀਆਂ ਯੂਨੀਵਰਸਿਟੀਆਂ, ਵਿਸ਼ਵਵਿਦਿਆਲਿਆਂ, ਵਿਦਿਅਕ ਸੰਸਥਾਵਾਂ ਜਾਂ ਇਸ ਤੋਂ ਇਲਾਵਾ ਵੱਖ-ਵੱਖ ਰਿਸਰਚ ਸੈਂਟਰਾਂ ਦੇ ਵਿੱਚ ਅਗਾਂਹਵਧੂ ਸੋਚ ਵਾਲੇ ਜੋ ਪ੍ਰੋਫੈਸਰ ਸਾਹਿਬਾਨ ਸੇਵਾਵਾਂ ਦੇ ਰਹੇ ਹਨ, ਉਹਨਾਂ ਦੇ ਨਾਲ ਕੁਝ ਇੱਕ ਅਹਿਮ ਘਟਨਾਵਾਂ ਦੀ ਜਾਣਕਾਰੀ ਕੈਨੇਡਾ ਦੇ ਪ੍ਰਮੁੱਖ ਮੀਡੀਆ CBC ਨੇ ਬ੍ਰੌਡਕਾਸਟ ਕੀਤੀ ਹੈ, ਜਿਹੜੀ ਕਿ ਬਹੁਤ ਸਨਸਨੀਖੇਜ਼ ਹੈ। ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਮੀਡੀਆ ਦਾ ਵੱਡਾ ਹਿੱਸਾ ਇਹਨਾਂ ਗੱਲਾਂ ਤੋਂ ਦੂਰ ਰਹਿੰਦਾ ਜਾਂ ਫਿਰ ਇੱਥੋਂ ਤੱਕ ਛਾਣਬੀਣ ਨਹੀਂ ਕਰਦਾ। ਕਾਰਨ ਇਹ ਹੈ ਕਿ ਇਸ ਦੇ ਵਾਸਤੇ ਰਿਸਰਚ ਆਪਣੇ ਜਿਹੜੇ ਖਾਸ ਸਰੋਤ ਸਾਨੂੰ ਵਰਤਣੇ ਪੈਂਦੇ ਨੇ, ਸਮਾਂ ਕੱਢਣਾ ਪੈਂਦਾ ਹੈ। ਪਰ ਇਹ ਗੱਲ ਹੋਈ ਕੀ ਹੈ ਅਤੇ ਕੀ ਘਟਨਾ ਹੈ, ਇਸ ਦੇ ਬਾਰੇ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਾਂ। ਦਰਅਸਲ CBC ਨੇ ਜੋ ਇਸ ਸੰਬੰਧ ਦੇ ਵਿੱਚ ਹੇਟ ਸਪੀਚ ਐਂਡ ਡੈਥ ਥ੍ਰੈਟਸ ਦੇ ਰਸਤੇ ਹਿੰਦੂ ਨੈਸ਼ਨਲਿਜ਼ਮ ਇਨ ਇੰਡੀਆ, ਜਿਹੜਾ ਭਾਰਤ ਦੇ ਵਿੱਚ ਹਿੰਦੂ ਰਾਸ਼ਟਰਵਾਦ ਦਾ ਜੋ ਇੱਕ ਹਊਆ ਖੜਾ ਕੀਤਾ ਹੋਇਆ ਹੈ, ਉਸ ਨੂੰ ਬੇਸ ਬਣਾ ਕੇ ਸਾਰੀ ਜਾਣਕਾਰੀ ਇਕੱਤਰ ਕੀਤੀ ਹੈ। ਬਹੁਤ ਜ਼ਿੰਮੇਵਾਰ ਅਦਾਰਾ ਹੈ ਅਤੇ ਕੈਨੇਡਾ ਦਾ ਪ੍ਰਮੁੱਖ ਮੀਡੀਆ ਖੇਤਰ ਹੈ। ਉਸ ਨੇ ਜਿਹੜੀਆਂ ਤੱਥ ਤੇ ਅੰਕੜਿਆਂ ਤੇ ਵਾਰਤਾਲਾਪ ਦੇ ਦੌਰਾਨ ਗੱਲਾਂ ਸਾਹਮਣੇ ਲਿਆਂਦੀਆਂ ਹਨ, ਉਹ ਇਹ ਹਨ ਕਿ ਹਿੰਦੂ ਨੈਸ਼ਨਲਿਸਟ ਜਿਹੜੇ ਇੰਡੀਆ ਦੇ ਪ੍ਰੈਸ਼ਰ ਦੇ ਰਾਹੀਂ ਇਹਨਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨਾਂ ਨੂੰ ਜਾਂ ਉੱਥੇ ਕੰਮ ਕਰਨ ਵਾਲੇ ਹੋਰ ਅਮਲੇ ਫੈਲੇ ਨੂੰ ਕਿਸ ਤਰੀਕੇ ਨਾਲ ਡਰਾ ਧਮਕਾ ਰਹੇ ਹਨ, ਕਿਸ ਤਰ੍ਹਾਂ ਉਹਨਾਂ ਦੇ ਪ੍ਰਤੀ ਨਫ਼ਰਤੀ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਹਨ। ਇਹ ਭਾਰਤ ਦੇ ਵਿੱਚ ਤਾਂ ਆਮ ਸਿਲਸਿਲਾ ਚੱਲਦਾ ਹੈ, ਕਿਉਂਕਿ ਭਾਰਤ ਦੇ ਵਿੱਚ ਜਿਹੜੇ ਉੱਥੋਂ ਦੇ RSS ਪੱਖੀ ਤਾਕਤਾਂ ਨੇ, ਉਹ ਸਮੂਹਿਕ ਤੌਰ 'ਤੇ ਮੌਜੂਦਾ ਇੰਡੀਅਨ ਸਟੇਟ ਦੇ ਕਿਰਦਾਰ ਦੇ ਖਿਲਾਫ ਲਿਖਣ ਵਾਲੇ, ਬੋਲਣ ਵਾਲੇ ਪ੍ਰੋਫੈਸਰਾਂ, ਵਿਦਵਾਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਇਸ ਵੇਲੇ ਗ੍ਰਿਫਤ 'ਚ ਬੰਦ ਕਰੀ ਬੈਠੇ ਹਨ। ਉਸ ਦੀ ਮਿਸਾਲ ਹੈ ਪ੍ਰੋਫੈਸਰ GN ਸਾਈ ਬਾਬਾ, ਜਿਸ ਦੇ ਬਾਰੇ ਬਹੁਤ ਚਰਚਾ ਅੱਜ ਵੀ ਅਸੀਂ ਗੱਲਬਾਤ ਕਰਾਂਗੇ, ਆਮ ਹੋ ਰਹੀ ਹੈ। ਅਤੇ ਇਸ ਤੋਂ ਇਲਾਵਾ ਪ੍ਰੋਫੈਸਰ ਬਾਰਾਬਰਾ ਰਾਓ ਵਰਗੇ ਬਜ਼ੁਰਗ ਕਵੀ ਸਾਹਿਬਾਨ, ਜਿਨ੍ਹਾਂ ਤੋਂ ਇਲਾਵਾ ਗੌਤਮ ਨਵਲਖਾ ਵਰਗੇ ਪੱਤਰਕਾਰ, ਲੇਖਕ, ਜਿਹੜੇ ਕਿ ਬਹੁਤ ਰਿਸਰਚ ਦੇ ਰਾਹੀਂ ਅੱਜ ਤੋਂ ਨਹੀਂ, ਪਿਛਲੇ 35-40 ਸਾਲਾਂ ਤੋਂ ਲੱਗੇ ਹੋਏ ਨੇ ਇਸ ਕੰਮ ਦੇ ਵਿੱਚ, ਜਿਨ੍ਹਾਂ ਨੇ ਸਿੱਖ ਜੈਨੋਸਾਈਡ ਦੇ ਬਾਰੇ 1984 ਬਾਰੇ ਕਿਤਾਬਚਾ ਲਿਖਣ ਦੇ ਵਿੱਚ ਵੀ ਸਹਿਯੋਗ ਦਿੱਤਾ। ਇਸ ਤਰ੍ਹਾਂ ਆਨੰਦ ਤੇਲ ਤੁੰਬੜੇ ਸਮੇਤ ਇਹਨਾਂ ਬਹੁਤ ਸਾਰਿਆਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ। ਸੋ ਇੰਡੀਆ ਦੇ ਵਿੱਚ ਇਹ ਆਮ ਵਰਤਾਰਾ ਹੈ। ਕੈਨੇਡਾ ਲਈ ਇਹ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਇੱਥੇ ਫਰੀਡਮ ਆਫ ਸਪੀਚ ਹੈ। ਇੱਥੇ ਵਿਦਵਾਨ ਜਿਹੜੇ ਹਨ ਖੋਜ ਆਧਾਰ 'ਤੇ ਕਹਿ ਸਕਦੇ ਨੇ ਕਿ ਕਿੱਥੇ ਕਿੱਥੇ ਫਾਸ਼ਿਜ਼ਮ ਹੈ, ਨੈਸ਼ਨਲਿਜ਼ਮ ਦੇ ਨਾਂ 'ਤੇ ਕਿੱਥੇ ਧੱਕਾ ਹੋ ਰਿਹਾ। ਉਹਨਾਂ ਦੇ ਵਿੱਚੋਂ ਜਿਹੜੇ ਪ੍ਰੋਫੈਸਰ ਇਹਨਾਂ ਯੂਨੀਵਰਸਿਟੀਆਂ 'ਚ ਬੋਲ ਰਹੇ ਨੇ, ਉਹਨਾਂ ਨੇ ਜਿਹੜੇ ਇੰਕਸ਼ਾਫ ਕੀਤੇ ਨੇ, ਉਹ ਸਨਸਨੀਖੇਜ਼ ਨੇ ਕਿ ਕਿਵੇਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਕਿਸ ਤਰੀਕੇ ਨਾਲ ਉਹਨਾਂ ਦੇ ਪ੍ਰਤੀ ਨਫ਼ਰਤੀ ਮਾਹੌਲ ਕਾਇਮ ਕੀਤਾ ਜਾ ਰਿਹਾ। ਅਤੇ ਇਸ ਦੀ ਮਿਸਾਲ ਜਿਹੜੀ ਹੈ ਬਾਕਾਇਦਾ ਤੌਰ 'ਤੇ CBC ਨੇ ਆਪਣੇ ਇਸ ਮਾਧਿਅਮ ਰਾਹੀਂ ਪੇਸ਼ ਕੀਤੀ ਹੈ, ਜਿਸ ਦੇ ਵਿੱਚ ਕੀ ਕੀ ਘਟਨਾਵਾਂ ਸਾਹਮਣੇ ਆਈਆਂ ਅਤੇ ਕੀ ਕੀ ਸਾਨੂੰ ਜਾਗਰੂਕ ਹੋ ਕੇ ਕਰਨਾ ਚਾਹੀਦਾ। ਵੈਸੇ ਸਾਡੇ ਮੀਡੀਆ ਨੂੰ ਵੀ ਇਸ ਗੱਲ ਦਾ ਨੋਟ ਲੈਣਾ ਚਾਹੀਦਾ, ਅਤੇ ਚਾਹੀਦਾ ਇਹ ਵੀ ਹੈ ਕਿ ਇਸ ਰਿਪੋਰਟ ਨੂੰ ਖੁਦ ਪੜ੍ਹੋ, ਇਸ ਨੂੰ ਬਾਕਾਇਦਾ ਤੌਰ 'ਤੇ ਇਸ ਦੇ ਗੋ ਥਰੂ ਹੋ ਕੇ ਸਾਰੀ ਜਾਣਕਾਰੀ ਲਓ ਅਤੇ ਇਸ ਗੱਲ ਤੋਂ ਜਾਗਰੂਕ ਹੋਵੋ। ਕਿਉਂਕਿ ਜੇ ਮੀਡੀਆ ਇਹਨਾਂ ਗੱਲਾਂ ਦਾ ਨੋਟਿਸ ਨਹੀਂ ਲਏਗਾ, ਅਸੀਂ ਚਲੰਤ ਮਸਲਿਆਂ 'ਤੇ ਹੀ ਆਪਣੇ ਆਪ ਨੂੰ ਕੇਂਦਰਿਤ ਰੱਖਾਂਗੇ, ਤਾਂ ਫਿਰ ਇਹ ਅਫਸੋਸਨਾਕ ਵਰਤਾਰਾ ਹੋਏਗਾ। ਕਿਉਂਕਿ ਇਸ ਗੱਲ ਦੇ ਵਿੱਚ, ਇਸ ਰਿਸਰਚ ਦੇ ਵਿੱਚ ਸਾਨੂੰ ਉਹ ਗੱਲਾਂ 'ਤੇ ਮੋਹਰ ਲੱਗੇਗੀ ਜਿਹੜੀਆਂ ਆਮ ਕਰਕੇ ਇੰਡੀਆ ਦੇ ਵਿੱਚ ਜਰਨਲਿਸਟ ਨਾਲ, ਇੰਟਲੈਕਚੁਅਲ ਨਾਲ, ਉੱਥੋਂ ਦੇ ਜਿਹੜੇ ਅਕੈਡਮਿਕ ਖੇਤਰ ਦੇ ਮਾਹਰ ਨੇ, ਉਹਨਾਂ ਨਾਲ ਹੋ ਰਹੀਆਂ ਨੇ। ਅਤੇ ਹੁਣ ਇਹ ਸੇਕ ਇੱਥੋਂ ਤੱਕ ਪਹੁੰਚਿਆ, ਅਤੇ ਪਹੁੰਚਣ ਦਾ ਕਾਰਨ ਵੀ ਇਹ ਹੈ ਕਿਉਂਕਿ ਲਗਾਤਾਰ ਅਸੀਂ ਨਾ ਬੋਲੇ, ਅਸੀਂ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਰਹੇ। ਹੁਣ ਜਿਹੜੀਆਂ ਗੱਲਾਂ ਜਿਵੇਂ RSS ਦੀਆਂ ਉੱਥੇ ਤਾਕਤਾਂ ਜੋ ਕਰ ਰਹੀਆਂ ਨੇ, ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਇਹ ਪੱਖ ਹੈ ਅੱਜ ਕੈਨੇਡਾ ਦੇ ਮੀਡੀਆ ਨੇ ਕਵਰ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਮੀਡੀਆ ਨੂੰ ਅਜੇ ਹੌਲੀ ਹੌਲੀ ਜਾਗ ਆਏਗੀ, ਕਿਉਂਕਿ ਅਸੀਂ ਇਹਨਾਂ ਗੱਲਾਂ ਨੂੰ ਦੁਜੈਲੀਆਂ ਸਮਝਦੇ ਹਾਂ ਅਤੇ ਸਾਡਾ ਕੁਝ ਕੁ ਮਸਲਿਆਂ ਤੋਂ ਇਲਾਵਾ ਦੂਰ ਦ੍ਰਿਸ਼ਟੀ ਦਾ ਖੇਤਰ ਬੰਦ ਹੋ ਜਾਂਦਾ ਹੈ। ਸਾਡੇ ਟਾਕ ਸ਼ੋ, ਸਾਡੀਆਂ ਡਿਸਕਸ਼ਨਾਂ ਉਸ ਤੱਕ ਨਹੀਂ ਜਾਂਦੀਆਂ। ਪਰ ਜਿੰਨੀ ਵਿਸਥਾਰ 'ਚ ਇਹ ਜਾਣਕਾਰੀ ਅਤੇ ਰਿਪੋਰਟ ਹੈ, ਉਹ ਜਿਉਂ-ਜਿਉਂ ਤੁਸੀਂ ਉਸ ਨੂੰ ਪੜ੍ਹੋਗੇ ਤਾਂ CBC ਦੇ ਅਸੀਂ ਇਸ ਟੀਮ ਨੂੰ ਵੀ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਇੰਨਾ ਕੰਮ ਕੀਤਾ ਅਤੇ ਜਿਨ੍ਹਾਂ ਨੇ ਜੁਰਤ ਦੇ ਨਾਲ ਬਾਕਾਇਦਾ ਤੌਰ 'ਤੇ ਇਸ ਬਾਰੇ ਆਪਣਾ ਵਿਦਵਾਨਾਂ ਨੇ, ਪ੍ਰੋਫੈਸਰ ਸਾਹਿਬਾਨਾਂ ਨੇ ਲਿਖਿਆ ਜਾਂ ਦੱਸਿਆ। ਉਹ ਵੀ ਇਸ ਲਈ ਵਧਾਈ ਦੇ ਹੱਕਦਾਰ ਨੇ, ਕਿਉਂਕਿ ਉਹਨਾਂ ਨੇ ਇੱਕ ਪੂਰੀ ਤਰ੍ਹਾਂ ਦਲੇਰਾਨਾ, ਬੇਬਾਕੀ ਦੇ ਨਾਲ ਕਦਮ ਚੁੱਕਿਆ, ਜਿਹੜੀ ਕਿ ਅਸੀਂ ਅਕਸਰ
ਆਸ ਕਰਦੇ ਹਾਂ ਕਿ ਯੂਨੀਵਰਸਿਟੀਆਂ ਦੇ ਚਿੰਤਕ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਸਾਹਮਣੇ ਲਿਆਉਣ। ਇਹਨਾਂ ਸਾਰੇ ਮਸਲਿਆਂ ਦੇ ਬਾਰੇ ਇਹ ਗੱਲਬਾਤ ਤੁਹਾਡੇ ਨਾਲ ਕਰਨ ਦੇ ਵਾਸਤੇ ਅੱਜ ਦਾ ਇਹ ਖਾਸ ਪ੍ਰੋਗਰਾਮ ਲਿਖਿਆ ਗਿਆ, ਜਿਸ ਦੇ ਵਿੱਚ ਸਾਡੇ ਇਸ ਵੇਲੇ ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਖੁਦ ਇਹਨਾਂ ਵਿਸ਼ਿਆਂ 'ਤੇ ਲਗਾਤਾਰ ਅੰਗਰੇਜ਼ੀ ਮੀਡੀਆ 'ਚ ਲਿਖਦੇ ਆ ਰਹੇ ਨੇ। ਹੁਣ ਵੀ ਇਸ ਮਸਲੇ 'ਤੇ ਵਿਸਥਾਰਪੂਰਵਕ ਇਹਨਾਂ ਨੇ ਲਿਖਣਾ ਹੈ। ਸੋ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦੀ ਹਾਂ ਮੈਂ। ਬਹੁਤ ਹੀ ਅਹਿਮ ਸਨਸਨੀਖੇਜ਼ ਇਹ ਖਬਰ ਤੇ ਇਹ ਰਿਪੋਰਟ, ਬਲਕਿ ਇਹ ਇੱਕ ਵਰਤਾਰਾ ਕਹਿ ਸਕਦੇ ਹਾਂ ਅਸੀਂ ਇਹ ਖਬਰ ਨਾਲੋਂ ਵੀ, ਇੱਕ ਜੋ ਢਾਂਚਾਗਤ ਇਸ ਵੇਲੇ ਇਹ ਧਮਕੀਆਂ ਦਾ ਮਾਹੌਲ ਸਿਲਸਿਲਾ ਚੱਲ ਰਿਹਾ ਤੇ ਭਾਰਤ ਤੋਂ ਇਹਦਾ ਸੇਕ ਹੁਣ ਕੈਨੇਡਾ ਤੱਕ ਪਹੁੰਚਿਆ ਹੈ। ਸੋ ਇਸ ਦੇ ਸੰਬੰਧ ਦੇ ਵਿੱਚ ਵਿਸਥਾਰਪੂਰਵਕ ਚਾਨਣਾ ਪਾਓ। ਇਸ ਤਰ੍ਹਾਂ ਗੁਰਦਰ ਸਿੰਘ ਜੀ, ਪਿਛਲੇ ਜਿਹੜਾ ਵੀਕਐਂਡ ਬੀਤ ਕੇ ਗਿਆ ਉਹਦੇ 'ਚ CBC ਦੀ ਇਸ ਰਿਪੋਰਟ ਨੂੰ ਲੈ ਕੇ ਕਾਫੀ ਚਰਚਾ ਕੁਝ ਹਲਕਿਆਂ 'ਚ ਹੋਈ ਆ ਜੀ। ਹਾਲਾਂਕਿ ਸਾਡੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਇੰਟਰੋਡਕਸ਼ਨ ਦੇ ਵਿੱਚ ਵੀ, ਦੇਸੀ ਮੀਡੀਆ ਨੇ ਉਹਨਾਂ ਨੋਟਿਸ ਨਹੀਂ ਲਿਆ ਜਾਂ ਉਸ ਦੀ ਚਰਚਾ ਨਹੀਂ ਹੋਈ ਜਿੰਨੀ ਕਿ ਹੋਣੀ ਚਾਹੀਦੀ ਸੀ। ਸੋ CBC ਨੇ ਬਹੁਤ ਮਾਰਕੇ ਦਾ ਕੰਮ ਕੀਤਾ ਕਿ ਇੰਨੀ ਵਿਸਤ੍ਰਿਤ ਰਿਪੋਰਟ ਦਿੱਤੀ ਹੈ ਕਿ ਕਿਸ ਤਰ੍ਹਾਂ ਹਿੰਦੂਤਵੀ ਤਾਕਤਾਂ ਕੈਨੇਡਾ ਵਿੱਚ ਜ਼ੋਰ ਫੜ ਰਹੀਆਂ, ਔਰ ਅੱਜ ਦੀ ਤਾਰੀਖ ਦੇ ਵਿੱਚ ਇੱਥੋਂ ਦੇ ਬੁੱਧੀਜੀਵੀਆਂ ਨੂੰ ਉਹ ਡਰਾਉਂਦੇ ਨੇ, ਧਮਕਾਉਂਦੇ ਨੇ, ਔਰ ਇੱਥੋਂ ਤੱਕ ਕਿ ਕਈ ਮਾਮਲੇ 'ਚ ਪੁਲਿਸ ਵੀ ਜਿਹੜੀ ਹੈ ਪੈ ਚੁੱਕੀ ਹੈ, ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ। CBC ਨੇ ਘੱਟੋ ਘੱਟ 18 ਇਹੋ ਜਿਹੇ ਜਿਹੜੇ ਅਧਿਆਪਕ ਨੇ ਯੂਨੀਵਰਸਿਟੀਆਂ ਦੇ, ਉਹਨਾਂ ਨਾਲ ਗੱਲਬਾਤ ਕੀਤੀ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਹਨਾਂ ਨੂੰ ਸਮੇਂ-ਸਮੇਂ 'ਤੇ ਧਮਕੀਆਂ ਮਿਲਦੀਆਂ ਰਹੀਆਂ। ਔਰ ਇਸ ਦਾ ਮੁੱਢ ਇਹ ਸੰਖੇਪ ਦੇ ਵਿੱਚ ਕਿ ਪਿੱਛੇ ਜੇ ਹਿੰਦੂਤਵਾ ਦੇ ਬਾਰੇ ਇੱਕ ਕਾਨਫਰੰਸ ਹੋਈ ਸੀਗੀ, ਜਿਸ ਵਿੱਚ ਅਨੇਕਾਂ ਯੂਨੀਵਰਸਿਟੀਆਂ ਨੇ ਸ਼ਮੂਲੀਅਤ ਕੀਤੀ ਪੂਰੇ ਉੱਤਰੀ ਅਮਰੀਕਾ ਦੇ ਵਿੱਚ। ਉਸ ਨੂੰ ਰੁਕਾਉਣ ਦੀ ਖਾਤਰ ਬਕਾਇਦਾ ਇੱਥੇ ਰੈਲੀਆਂ ਕੱਢੀਆਂ ਗਈਆਂ, ਉਹਦਾ ਕਾਫੀ ਵਿਰੋਧ ਹੋਇਆ, ਔਰ ਇਹ ਗੱਲ ਫੈਲਾਈ ਗਈ ਕਿ ਹਿੰਦੂ ਫੋਬੀਆ ਫੈਲਾਇਆ ਜਾ ਰਿਹਾ। ਹਿੰਦੂ ਫੋਬੀਆ ਨਾਂ ਦੀ ਕੋਈ ਚੀਜ਼ ਨਹੀਂ ਹੈ, ਇੱਕ ਖਾਮ-ਖਾਂ ਦੀ ਘਾਟ ਹੈ। ਇਸਲਾਮੋਫੋਬੀਆ ਦਾ ਤਾਂ ਲੰਮਾ ਚੌੜਾ ਇਤਿਹਾਸ ਹੈ। ਜਦੋਂ ਫਲਸਤੀਨ ਦਾ ਸੰਕਟ ਸ਼ੁਰੂ ਹੋਇਆ ਜਾਂ ਉਸ ਤੋਂ ਬਾਅਦ ਅੱਗੇ ਚੱਲ ਜਾਓ 9/11 ਹੋਇਆ ਜਾਂ ਖਾੜੀ ਜੰਗ ਜਦੋਂ ਹੋਈ ਹੈ, ਮੁਸਲਮਾਨਾਂ ਨਾਲ ਜਿਹੜੀ ਪੂਰੇ ਢਾਂਚਾਗਤ ਢੰਗ ਨਾਲ ਹੋ ਰਹੀ ਸੀ ਜਿਹੜੀ ਨਸਲੀ ਹਿੰਸਾ ਜਾਂ ਕੁਛ ਵੀ ਉੱਤਰੀ ਅਮਰੀਕਾ ਵਿੱਚ, ਪੱਛਮੀ ਦੇਸ਼ਾਂ ਵਿੱਚ, ਉਹਦੇ ਕਰਕੇ ਇਸਲਾਮੋਫੋਬੀਆ ਨੂੰ ਲੋਕਾਂ ਨੂੰ ਸਮਝ ਪਿਆ ਕਿ ਉਸ ਨੂੰ ਨਸਲਵਾਦ ਰੂਪ 'ਚ ਵੇਖਿਆ ਗਿਆ। ਅਨੇਕਾਂ ਲੋਕਾਂ ਨੇ ਉਸਦੇ ਕਿਤਾਬਾਂ ਲਿਖ ਕੇ ਦੱਸਿਆ ਕਿ ਇਸਲਾਮੋਫੋਬੀਆ ਦਾ ਮਤਲਬ ਕੀ ਹੈ। ਇੱਕ ਸੋਚ ਪਸਰੀ ਹੋਈ ਕਿ ਇਸਲਾਮ ਤੇ ਹਿੰਸਾ, ਦਹਿਸ਼ਤਵਾਦ ਇਹ ਸਾਰੇ ਇਕੱਠੇ ਨੇ। ਉਸ ਦੇ ਤਹਿਤ ਇਸਲਾਮੋਫੋਬੀਆ ਜਿਹੜਾ ਇੱਕ ਸੋਚ ਵਜੋਂ ਉੱਭਰਿਆ, ਔਰ ਉਸ ਨੂੰ ਕਾਫੀ ਬਲ ਵੀ ਮਿਲਿਆ ਟਰੰਪ ਵਰਗੇ ਸਿਆਸਤਦਾਨਾਂ ਦੇ ਕਰਕੇ। ਭਾਰਤ ਵਿੱਚ ਮੋਦੀ ਦੀ ਅਸੀਂ ਮਿਸਾਲ ਲੈ ਸਕਦੇ ਹਾਂ। ਪਰ ਹਿੰਦੂ ਫੋਬੀਆ ਨਾਲ ਦੀ ਕੋਈ ਚੀਜ਼ ਨਹੀਂ ਹੈ। ਮਤਲਬ ਇਸ ਤਰ੍ਹਾਂ ਕੋਈ ਵਰਤਾਰਾ ਨਹੀਂ ਚੱਲ ਰਿਹਾ ਕਿ ਹਿੰਦੂਆਂ ਨਾਲ ਉਚੇਚੇ ਤੌਰ 'ਤੇ ਹਵਾਈ ਅੱਡੇ 'ਤੇ ਕੋਈ ਖੱਜਲ ਖੁਆਰੀ ਹੋ ਰਹੀ ਹੋਵੇ ਜਾਂ ਵਿਆਪਕ ਪੱਧਰ 'ਤੇ ਨਸਲਵਾਦ ਹੋ ਰਿਹਾ ਹੋਵੇ ਦੂਜੇ ਦੇਸ਼ਾਂ ਦੇ ਵਿੱਚ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਗਾ। ਪਰ ਖਾਮ-ਖਾਂ ਕਿਉਂਕਿ ਹਿੰਦੂਤਵਾ 'ਤੇ ਉਂਗਲ ਰੱਖਣ ਵਾਲੇ ਜਿਹੜੇ ਕੁਝ ਅਕੈਡਮਿਕ ਸਾਹਮਣੇ ਆਏ ਜਾਂ ਬੁੱਧੀਜੀਵੀ ਸਾਹਮਣੇ ਆਏ, ਉਹਨਾਂ ਦੇ ਮੂੰਹ ਬੰਦ ਕਰਾਉਣ ਲਈ ਇੱਕ ਇਲਜ਼ਾਮ ਘੜ ਲਿਆ ਗਿਆ ਕਿ ਇਹ ਲੋਕ ਹਿੰਦੂ ਫੋਬੀਆ ਫੈਲਾ ਰਹੇ। ਸੋ ਜਿਹੜੀ ਉਹ ਗਲੋਬਲ ਹਿੰਦੂਤਵਾ ਪ੍ਰੋਜੈਕਟ ਉੱਤੇ ਇੱਕ ਕਾਨਫਰੰਸ ਸੀਗੀ, ਉਸ ਦੇ ਵਿਰੋਧ ਦੇ ਵਿੱਚ ਇੱਕ ਰੋਸ ਵਿਖਾਵੇ ਹੋਏ, ਉਦੋਂ ਹੀ ਇਹ ਚੱਲ ਪਿਆ ਸੀ ਕੰਮਾਂ ਵਾਲਾ ਜੀ। ਇਹ ਉਸ ਟਾਈਮ ਦੀ ਗੱਲ ਹੈ ਜਦੋਂ ਜਗਮੀਤ ਸਿੰਘ ਦੇ ਖਿਲਾਫ ਵੀ ਤੁਹਾਨੂੰ ਯਾਦ ਹੋਣਾ, ਉਹਨਾਂ ਦੇ ਹਲਕੇ ਦੇ ਬਾਹਰ ਵੀ ਕੁਝ ਲੋਕਾਂ ਨੇ ਰੈਲੀਆਂ ਕੱਢੀਆਂ, ਹੱਥਾਂ 'ਚ ਸਾਈਨ ਚੁੱਕੇ ਹੋਏ ਸੀ। ਉਹਨਾਂ 'ਤੇ ਵੀ ਇਲਜ਼ਾਮ ਲਾਇਆ ਕਿ ਹਿੰਦੂ ਫੋਬੀਆ ਫੈਲਾਇਆ ਜਾ ਰਿਹਾ ਜਗਮੀਤ ਸਿੰਘ ਵੱਲੋਂ, ਜਾਂ ਅਸੀਂ ਹਿੰਦੂ ਬੜੇ ਅਨਸੁਖਿਤ ਮਹਿਸੂਸ ਕਰ ਰਹੇ ਹਾਂ। ਇਹ ਖਾਮ-ਖਾਂ ਦਾ ਝੂਠਾ ਇੱਕ ਮਤਲਬ ਪ੍ਰਚਾਰ ਚੱਲ ਰਿਹਾ ਸੀ। ਔਰ ਜ਼ਾਹਿਰਾ ਤੌਰ 'ਤੇ ਇਸ ਦੇ ਪਿੱਛੇ ਭਾਰਤੀ ਸਫੀਰ ਵੀ ਸ਼ਾਮਲ ਸੀਗੇ, RSS ਦੇ ਦੁਮਛੱਲੇ ਵੀ ਸ਼ਾਮਲ ਸੀਗੇ। ਪਰ ਹੁਣ ਲੇਟੈਸਟ ਗੱਲ ਇਹ ਹੋਈ ਕਿ CBC ਨੇ 18 ਜਿਹੜੇ ਅਕੈਡਮਿਕਸ ਜਾਂ ਜਿਹੜੇ ਪੜ੍ਹਾਉਣ ਲਿਖਾਉਣ ਵਾਲੇ, ਉਹਨਾਂ ਦੀ ਨਿਸ਼ਾਨਦੇਹੀ ਕਰਤੀ ਕਿ ਉਹਨਾਂ ਨਾਲ ਅਸੀਂ ਗੱਲਾਂ ਕੀਤੀਆਂ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਕਈ ਧਮਕੀਆਂ ਆ ਚੁੱਕੀਆਂ। ਇਹ ਮਾਮਲਾ ਪੁਲਿਸ ਕੋਲ ਗਿਆ ਹੋਇਆ। RCMP ਨਾਲ ਗੱਲ ਕੀਤੀ ਗਈ। RCMP ਨੇ ਪੁਸ਼ਟੀ ਕੀਤੀ ਕਿ ਸਾਡੇ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ। RCMP ਹਾਲ ਦੀ ਕਦੀ ਡਿਟੇਲ ਨਹੀਂ ਕੋਈ ਦੇ ਰਹੀ ਕਿਉਂਕਿ ਉਹਨਾਂ ਦੀ ਆਪਣੀ ਕੌਨਫੀਡੈਂਸ਼ੀਅਲਿਟੀ ਵੀ ਹੁੰਦੀ, ਸਾਰਾ ਕੁਛ ਹੈ। ਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਨਾਂ ਨੇ ਮਹਿਸੂਸ ਕੀਤਾ ਕਿ ਹਰ ਇੱਕ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ ਇੱਥੇ। ਕਿਸੇ ਨੂੰ ਆਪਾਂ ਇਸ ਕਿਸਮ ਦਾ ਇਲਜ਼ਾਮ ਲਾ ਕੇ ਕਿ ਉਹ ਔਰ ਡਰਾਉਣਾ ਧਮਕਾਉਣਾ ਬਿਲਕੁਲ ਮੁਨਾਸਿਬ ਨਹੀਂ। ਹੁਣ ਉਹਦੇ ਵਿੱਚ ਇੱਕ ਦਲਿਤ ਪ੍ਰੋਫੈਸਰ ਵੀ ਹੈ ਜਿਸ ਨੂੰ ਕਾਫੀ ਜ਼ਲੀਲ ਕੀਤਾ ਗਿਆ, ਘਟੀਆ ਕਿਸਮ ਦੇ ਚੁਟਕਲੇ ਉਹਦੇ ਬਣਾਏ ਗਏ, ਕਾਰਟੂਨ ਬਣਾਏ ਗਏ। ਇੱਕ ਹੋਰ ਪ੍ਰੋਫੈਸਰ ਨੂੰ ਇੰਨੀ ਧਮਕੀ ਦਿੱਤੀ ਗਈ ਕਿ ਉਸਨੇ ਆਪਣੇ ਕੋਲ ਪੈਨਿਕ ਬਟਨ ਲੈਣਾ ਪਿਆ ਪੁਲਿਸ ਕੋਲੋਂ ਕਿ ਜੇ ਰਾਤ ਬਰਾਤੇ ਮੇਰੇ 'ਤੇ ਕੋਈ ਹਮਲਾ ਕਰਦਾ ਤਾਂ ਪੈਨਿਕ ਬਟਨ ਨੱਪ ਕੇ ਮੈਂ ਆਪਣੀ ਜਾਨ ਬਚਾ ਸਕਦੀ ਹਾਂ। ਇਸ ਕਿਸਮ ਦੇ ਹਾਲਾਤ ਬਣਾ ਦਿੱਤੇ ਗਏ। ਸੋ ਇਹ ਹੁਣ ਸਿਰਫ ਇੱਕ ਪਾਸੇ ਦੀ ਰਿਪੋਰਟ ਹੈ CBC ਦੀ ਖਾਸ ਇਲਾਕੇ ਦੀ, ਆਟਵਾ ਦੀ ਜਾਂ ਓਨਟਾਰੀਓ ਦੀ। ਹੁਣ ਸਵਾਲ ਪੈਦਾ ਹੁੰਦਾ ਕਿ ਇੰਸੀਡੈਂਟਸ ਇੱਥੇ ਵੀ ਹੋਏ, ਪਰ ਕਿੰਨੀ ਕਿ ਮਤਲਬ ਥਾਵਾਂ 'ਤੇ ਹੋਰ ਹੋ ਰਿਹਾ ਹੋਣਾ ਜਿਹਦੇ ਬਾਰੇ ਨੋਟਿਸ ਵੀ ਨਹੀਂ ਲਿਆ ਜਾ ਰਿਹਾ। ਕਿਸਾਨੀ ਅੰਦੋਲਨ ਦੌਰਾਨ ਅਸੀਂ ਵੇਖਿਆ ਕਿਵੇਂ ਸੱਜੇ ਪੱਖੀ ਤਾਕਤਾਂ ਜਿਹੜੇ ਸੰਗਠਿਤ ਹੋਈਆਂ, ਉਹਨਾਂ ਨੇ ਤਿਰੰਗਾ ਰੈਲੀਆਂ ਕੱਢੀਆਂ, ਲੋਕਾਂ ਦੇ ਮੂੰਹ ਬੰਦ ਕਰਾਉਣ ਲਈ ਬੜਾ ਕੁਛ ਕੀਤਾ ਗਿਆ। ਇੱਥੋਂ ਤੱਕ ਕਿ ਮੀਡੀਆ ਨੂੰ ਧਮਕੀਆਂ ਦਿੱਤੀਆਂ ਗਈਆਂ, ਉਹਨਾਂ ਨੂੰ ਇਹ ਡਰਾਵੇ ਦਿੱਤੇ ਕਿ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਸੋ ਸਿਲਸਿਲਾ ਕਾਫੀ ਵਿਗੜਿਆ ਹੋਇਆ। ਇਹ ਜਿਹੜੀ ਪੂਰੀ ਤਾਕਤ ਜ਼ੋਰ ਫੜ ਚੁੱਕੀ ਹੈ ਕੈਨੇਡਾ ਦੇ ਵਿੱਚ,
ਪਰ ਸੀਬੀਸੀ ਦੀ ਇਸ ਰਿਪੋਰਟ ਦੇ ਨਾਲ ਹੁਣ ਉਮੀਦ ਕਰਦੇ ਹਾਂ ਕਿ ਡਿਸਕਸ਼ਨ ਵਧੇਗੀ ਔਰ ਲੋਕ ਇਸ ਪਾਸੇ ਧਿਆਨ ਦੇਣਗੇ। ਗੱਲ ਇੱਥੇ ਵੀ ਆਉਂਦੀ ਹੈ ਕਿ ਜਦੋਂ ਅਸੀਂ ਇਹੋ ਜਿਹੀਆਂ ਰਿਪੋਰਟਸ ਜਾਂ ਜਾਣਕਾਰੀ ਸਰੋਤਿਆਂ, ਪਾਠਕਾਂ, ਦਰਸ਼ਕਾਂ ਤੱਕ ਪਹੁੰਚਾਉਂਦੇ ਆ ਤਾਂ ਇੱਕ ਗੱਲ ਉਹ ਸੱਚ ਜਿਹੜਾ ਕਿ ਆਮ ਕਰਕੇ ਲੁਕੋਇਆ ਜਾਂਦਾ ਹੈ ਕਿ ਇੰਡੀਅਨ ਸਟੇਟ ਜਾਂ ਅੱਜ ਦੀ ਜਿਹੜੀ ਉੱਥੇ ਫਾਸ਼ੀਵਾਦੀ ਸਿਸਟਮ ਚੱਲ ਰਿਹਾ ਉਸ ਦਾ ਹੋਊਗਾ ਬੜਾ ਵੱਡਾ। ਜੇ ਅਸੀਂ ਬੋਲਾਂਗੇ ਤਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦਾ ਜਿਹੜਾ ਕੋਈ ਗ੍ਰਿਫਤ ਜਾਂ ਕਿਸ ਤਰੀਕੇ ਨਾਲ ਜੋ ਉਹਨਾਂ ਦਾ ਕਿਸੇ ਨਾ ਕਿਸੇ ਵਡਾਂਗਾ ਚੱਲੇਗਾ ਤੇ ਨੁਕਸਾਨ ਹੋਏਗਾ। ਪਰ ਜਿਹੜੇ ਦਲੇਰ ਕਿਸਮ ਦੇ ਲੋਕ ਨੇ ਜਿਨ੍ਹਾਂ ਨੇ ਇਹ ਕਾਨਫਰੰਸਾਂ ਜਾਂ ਵਿਦਵਤਾ ਭਰੇ ਤਰਕ, ਦਲੀਲ ਅਤੇ ਖੋਜ ਦੇ ਨਾਲ ਪੱਖ ਪੇਸ਼ ਕੀਤੇ ਨੇ, ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਆਉਣ ਨਹੀਂ ਰੋਕਿਆ ਜਾ ਸਕਦਾ। ਬਿਲਕੁਲ ਸੱਚ ਹੈ ਕਿ ਜਿਹੜੇ ਦਲਿਤ ਪ੍ਰੋਫੈਸਰ ਜਾਂ ਬਾਕੀ ਜਿਹੜੇ ਜਿਨ੍ਹਾਂ 'ਚ ਵੱਡੀ ਤਾਦਾਦ ਦੇ ਵਿੱਚ ਹਿੰਦੂ ਪਿਛੋਕੜ ਵਾਲੇ ਪ੍ਰੋਫੈਸਰ ਸਾਹਿਬਾਨ ਨੇ, ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕੋਈ ਇਉਂ ਨਹੀਂ ਕਿ ਆਮ ਕਰਕੇ ਜਦੋਂ ਕੋਈ ਸਿੱਖ ਇਹ ਰਿਸਰਚ ਸੈਂਟਰ ਤੋਂ ਇਹੋ ਜਿਹੀ ਗੱਲ ਕਰਦਾ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਇਹ ਤਾਂ ਖਾਲਿਸਤਾਨੀ ਹੈ ਜਾਂ ਇਹ ਸਿੱਖ ਮਾਈਂਡਡ ਹੈ, ਜਾਂ ਕੋਈ ਮੁਸਲਮਾਨ ਜਦੋਂ ਕਰਦਾ ਤਾਂ ਉਸ ਦੇ ਉੱਪਰ ਇੱਕੋ ਹੀ ਦੋਸ਼ ਲਾਇਆ ਜਾਂਦਾ ਕਿਉਂਕਿ ਇਹ ਤਾਂ ਇਸਲਾਮ ਨਾਲ ਸੰਬੰਧਿਤ ਆ, ਇਹ ਸਾਡੇ ਵਾਸਤੇ ਪਹਿਲਾਂ ਹੀ ਵਿਰੋਧੀ ਹੈ। ਪਰ ਐਸੀ ਕੋਈ ਗੱਲ ਨਹੀਂ। ਇਹਨਾਂ 18 ਪ੍ਰੋਫੈਸਰਾਂ ਦੀ ਜੇ ਮੁਕੰਮਲ ਜਾਣਕਾਰੀ ਲਓਗੇ ਤਾਂ ਆਪ ਅੰਦਾਜ਼ਾ ਲਾ ਸਕਦੇ ਹੋ 18 ਦੇ 18 ਪ੍ਰੋਫੈਸਰ ਇਹਨਾਂ ਦਾ ਪਿਛੋਕੜ ਕੀ ਹੈ। ਇਹਨਾਂ ਦਾ ਪਿਛੋਕੜ ਇਹ ਵੱਖ-ਵੱਖ ਹੋਰ ਫਿਰਕਿਆਂ ਦਾ ਨਹੀਂ ਹੈ, ਇਹਨਾਂ ਦਾ ਇੱਕੋ ਹੀ ਪਿਛੋਕੜ ਹੈ ਹਿਊਮਨ ਰਾਈਟਸ। ਇੱਕੋ ਹੀ ਪਿਛੋਕੜ ਹੈ ਕਿ ਆਪਣੇ ਬੱਚਿਆਂ, ਨੌਜਵਾਨਾਂ, ਜਿਹੜੇ ਵਿਦਿਆਰਥੀਆਂ, ਉਹਨਾਂ ਨੂੰ ਮਨੁੱਖਤਾਵਾਦੀ ਸੋਚ ਦੇ ਅਨੁਸਾਰ ਮਨੁੱਖਤਾਵਾਦੀ ਆਧਾਰ 'ਤੇ ਤਿਆਰ ਕਰਨਾ। ਹੁਣ ਇਹੋ ਜਿਹੇ ਪ੍ਰੋਫੈਸਰਾਂ ਦੀ ਜੇ ਸੰਘੀ ਕੁੱਟੀ ਜਾ ਰਹੀ ਹੈ ਉਹ ਵੀ ਕੈਨੇਡਾ ਦੇ ਵਿੱਚ, ਅਤੇ ਉਹਨਾਂ ਨੂੰ ਸਹਾਰਾ ਲੈਣਾ ਪੈ ਰਿਹਾ ਕਦੇ RCMP ਦਾ, ਕਦੇ ਹੋਰ ਤਾਕਤਾਂ ਦਾ ਕਿ ਆਪਣਾ ਬਚਾਓ ਕੀਤਾ ਜਾਏ। ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਫਿਰ ਯੂਨੀਵਰਸਿਟੀਆਂ ਦਾ ਹਾਲ ਕੀ ਹੋਏਗਾ? ਉੱਥੇ ਖੁੱਲ੍ਹ ਕੇ ਗੱਲ ਕੌਣ ਕਰ ਸਕੇਗਾ? ਉੱਥੇ ਬੋਲੇਗਾ ਕੌਣ? ਅਤੇ ਇਹ ਗੱਲ ਆਟਵਾ ਤੋਂ ਜਾਂ ਅਸੀਂ ਓਨਟੈਰੀਓ ਦੀ ਗੱਲ ਕਰਦੇ ਹਾਂ ਜਿੱਥੇ ਵੈਨਕੂਵਰ 'ਚ ਬੈਠੇ ਹਾਂ ਕਿ ਇੱਥੇ ਸਭ ਕੁਝ ਠੀਕ ਠਾਕ ਹੈ? ਇੱਥੇ ਕਦੇ ਪਤਾ ਕੀਤਾ ਕਿ 3-4 ਯੂਨੀਵਰਸਿਟੀਆਂ ਦੇ ਅੰਦਰ ਖਾਤੇ ਕੀ ਹੋ ਰਿਹਾ? ਜਿਹੜਾ ਇਹੋ ਜਿਹੀ ਗੱਲ ਕਰੇ ਉਹਦਾ ਨਤੀਜਾ ਕੀ ਹੋਏਗਾ? ਮੈਨੂੰ ਅੱਜ ਯਾਦ ਆ ਰਿਹਾ ਇੱਕੋ ਇੱਕ ਬੰਦਾ, ਡਾਕਟਰ ਹਰੀ ਸ਼ਰਮਾ, ਜਿਹੜਾ ਆਪਣੇ ਸਮੇਂ SFU ਹੁੰਦਿਆਂ ਹੋਇਆਂ ਸਾਰੇ ਪ੍ਰੋਫੈਸਰ ਦੀ ਸਾਰ ਵੀ ਲੈਂਦਾ ਸੀ, ਗੱਲ ਵੀ ਕਰਦਾ ਸੀ, ਪਰ ਉਸ ਦੇ ਚੇਲੇ ਚਾਟੜੇ ਬਹੁਤ ਨੇ, ਬੜੇ ਉਹਨਾਂ ਦੇ ਨਾਂ 'ਤੇ ਫਾਊਂਡੇਸ਼ਨ ਬਣਾ ਕੇ ਸੰਸਥਾਵਾਂ ਚਲਾ ਰਹੇ ਨੇ। ਅੱਜ ਉਹਨਾਂ ਦਾ ਫਰਜ਼ ਬਣਦਾ ਕਿ ਇਹੋ ਜਿਹੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ। ਜਦੋਂ ਡਾਕਟਰ ਸਾਹਿਬ ਨਾਲ ਅਕਸਰ ਅੱਜ ਤੋਂ 2 ਦਹਾਕੇ ਪਹਿਲਾਂ ਦੀ ਗੱਲ, ਜਦੋਂ ਕਿਤੇ ਗੱਲਬਾਤ ਹੁੰਦੀ ਸੀ 2000 ਤੋਂ ਲੈ ਕੇ 20 ਤੱਕ, ਜਿਵੇਂ ਜਿਵੇਂ ਸਿਲਸਿਲਾ ਚੱਲਿਆ ਆਪਾਂ ਇਹਨਾਂ ਸਥਿਤੀਆਂ ਦੇ ਵਿੱਚੋਂ ਦੀ ਲੰਘੇ ਆ, ਅਤੇ ਮੈਨੂੰ ਯਾਦ ਹੈ ਕਿ 2000 ਤੋਂ 10 ਤੱਕ ਜਦੋਂ ਤੱਕ ਉਹਨਾਂ ਦਾ ਸਰਗਰਮੀ ਦਾ ਸਮਾਂ ਸੀ, ਬਹੁਤ ਵਾਰ ਉਹਨਾਂ ਨੇ ਦੱਸਿਆ ਕਿ ਅਕਸਰ ਯੂਨੀਵਰਸਿਟੀਆਂ ਦੇ ਉੱਤੇ ਵੀ ਇਹੋ ਜਿਹਾ ਜਿਹੜਾ ਹੈ ਪ੍ਰਭਾਵ ਹੈ। ਇਹੋ ਜਿਹੀਆਂ ਤਾਕਤਾਂ ਜਿਹੜੀਆਂ ਬੈਠੀਆਂ ਨੇ, ਈਵਨ ਯੂਨੀਵਰਸਿਟੀਆਂ ਦੇ ਉੱਪਰ ਜਿਹੜੇ ਚੱਲ ਰਹੇ ਅਦਾਰਿਆਂ ਦੇ ਵਿੱਚ ਚੋਣ ਕੀਤੀ ਜਾਂਦੀ ਹੈ, ਉੱਥੇ ਵੀ ਉਹ ਲੋਕ ਬੈਠੇ ਨੇ ਜਿਹੜੇ ਅੰਦਰ ਖਾਤੇ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਅਤੇ ਲੋੜ ਹੈ ਆਪਣੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ। ਪਰ ਉਹ ਨਾਲੋਂ ਨਾਲ ਮੀਡੀਆ ਦੀ ਵੀ ਆਲੋਚਨਾ ਕਰਦੇ ਸਨ ਕਿ ਮੀਡੀਆ ਇਹਨਾਂ ਗੱਲਾਂ 'ਤੇ ਬਣਦੀ ਜ਼ਿੰਮੇਵਾਰੀ ਕਿਸੇ ਡਰ ਤਹਿਤ ਜਾਂ ਲਾਲਚ ਤਹਿਤ ਨਹੀਂ ਨਿਭਾ ਰਿਹਾ। ਦੇਖੋ, 2 ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਜਦੋਂ ਆਪਾਂ ਕਹਿੰਦੇ ਨਾ ਅਕੈਡਮੀਆਂ ਜਾਂ ਯੂਨੀਵਰਸਿਟੀਆਂ ਜਾਂ ਵਿਦਿਅਕ ਅਦਾਰੇ, ਹਾਂਜੀ, ਉਹਦੇ ਵਿੱਚ ਤਾਂ ਬੋਲਣ ਦੀ ਆਜ਼ਾਦੀ ਮੁਕੰਮਲ ਆ। ਹਾਂਜੀ, ਕਿਉਂਕਿ ਇੱਕ ਤਾਂ ਉਹਦੇ ਮੀਡੀਆ 'ਚ ਬੋਲਣ ਦੀ ਆਜ਼ਾਦੀ, ਇੱਕ ਹੁੰਦਾ ਬਾਹਰ ਰੈਲੀਆਂ 'ਚ ਤੁਸੀਂ ਕਿਸ ਤਰ੍ਹਾਂ ਬੋਲਣਾ, ਕਿਸ ਤਰ੍ਹਾਂ ਨਹੀਂ ਬੋਲਣਾ। ਯੂਨੀਵਰਸਿਟੀਆਂ ਵਿੱਚ ਤਾਂ ਤੁਹਾਨੂੰ ਇੰਨੀ ਕੁ ਆਜ਼ਾਦੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਵੀ ਆਲੋਚਨਾ ਉੱਥੇ ਕਰ ਸਕਦੇ ਹੋ। ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਉੱਠ ਕੇ ਉਹ ਇਹ ਨਹੀਂ ਕਹਿ ਸਕਦਾ, ਤੁਹਾਨੂੰ ਚੁੱਪ ਨਹੀਂ ਕਰਾ ਸਕਦਾ। ਤੁਸੀਂ ਤਰਕ ਦਲੀਲ ਨਾਲ ਗੱਲ ਕਰੋ, ਕਿਉਂਕਿ ਯੂਨੀਵਰਸਿਟੀਆਂ ਵਿੱਚ ਤਾਂ ਦਿਮਾਗਾਂ ਦਾ ਭੇੜ ਹੋਣਾ, ਆਪਸ 'ਚ ਵਿਚਾਰਾਂ ਦਾ ਮੰਥਨ ਹੋਣਾ, ਰੜਕਾ ਹੋਣਾ ਉਹਨਾਂ ਦਾ। ਉੱਥੇ ਤਾਂ ਤੁਹਾਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਸਾਨੂੰ ਆਜ਼ਾਦੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਬਿਲਕੁਲ ਬਿਲਕੁਲ। ਇਸ ਕਰਕੇ ਉੱਥੇ ਤਾਂ ਕੋਈ ਇਸ ਤਰ੍ਹਾਂ ਦੀ ਚੱਲ ਨਹੀਂ ਸਕਦੀ ਗੱਲ। ਹਾਲਾਂਕਿ ਉੱਥੇ ਹੁਣ ਸ਼ੁਰੂ ਹੋ ਗਿਆ ਕੰਮ, ਮਤਲਬ ਇਸ ਤਰ੍ਹਾਂ ਦੀਆਂ ਤਾਕਤਾਂ ਸਿਰ ਚੁੱਕ ਰਹੀਆਂ। ਲੋਕਾਂ ਦੇ ਪ੍ਰੋਗਰਾਮ ਕੈਂਸਲ ਕਰਾਏ ਜਾਂਦੇ, ਕਈ ਵਾਰੀ ਲੈਕਚਰ ਕੈਂਸਲ ਕਰਾ ਦਿੱਤੇ ਗਏ ਸਿਰਫ ਆਪਣੀ ਕਿਹੜਾ ਕੱਢਣ ਖਾਤਰ, ਜਦੋਂ ਕਿ ਯੂਨੀਵਰਸਿਟੀਆਂ ਵਿੱਚ ਤਾਂ ਇਸ ਚੀਜ਼ ਦੀ ਲੋੜ ਹੀ ਹੈ ਨਹੀਂ। ਯੂਨੀਵਰਸਿਟੀ 'ਚ ਤਾਂ ਠੀਕ ਹੈ, ਜੇ ਕੋਈ ਦੁਸ਼ਮਣ ਵੀ ਆਉਂਦਾ ਉਹ ਸੰਵਾਦ ਰਚੋ, ਉਹਦੇ ਨਾਲ ਤੁਸੀਂ ਆਪਣਾ ਵਿਚਾਰਾਂ ਦੇ ਨਾਲ ਉਹਨੂੰ ਚਿੱਤ ਕਰ ਦਿਓ ਬੰਦੇ ਨੂੰ। ਸੋ ਇਹ ਤਾਂ ਇੱਕ ਗੱਲ ਹੋ ਗਈ। ਉਸ ਨਾਤੇ ਤਾਂ ਇਹ ਜੋ ਹੋ ਰਿਹਾ ਉਸ ਦੀ ਅਵੱਗਿਆ, ਉਸ ਪੂਰੇ ਦਸਤੂਰ ਦੀ ਅਵੱਗਿਆ। ਅਗਲਾ ਪਾਸਾ ਇਹ ਆ ਗਿਆ ਕਿ ਜਿਹੜਾ ਹਰੀ ਸ਼ਰਮਾ ਹੁਣੀ ਜਿਸ ਟਾਈਮ ਕੰਮ ਕਰਦੇ ਸੀਗੇ, ਅਜੇ ਮੋਦੀ ਤਾਂ ਸੱਤਾ ਵਿੱਚ ਵੀ ਨਹੀਂ ਸੀ ਆਇਆ, ਗੁਜਰਾਤ 'ਚ ਮੁੱਖ ਮੰਤਰੀ ਬਣ ਗਿਆ ਸੀ, ਪਰ ਨਿਸ਼ਾਨਦੇਹੀ ਉਹਨਾਂ ਨੇ ਪਹਿਲਾਂ ਹੀ ਕਰਦੇ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ। ਬਿਲਕੁਲ। ਅੱਜ ਉਹ ਹਾਲਾਤ ਨੰਗੇ ਚਿੱਟੇ ਰੂਪ 'ਚ ਸਾਡੇ ਸਾਹਮਣੇ ਆ। ਅੱਜ ਉਹ ਜਿਹੜੀ ਚੁਣੌਤੀ ਹੈ ਮੂੰਹ ਅੜ ਕੇ ਸਾਡੇ ਸਾਹਮਣੇ ਖਲੋਤੀ ਹੈ। ਨਿਸ਼ਾਨਦੇਹੀ ਉਸ ਬਜ਼ੁਰਗ ਨੇ ਉਸ ਵੇਲੇ ਕਰਦੀ ਸੀ, ਕਈ ਚਿਰ ਪਹਿਲਾਂ ਹੀ। ਅਜੇ ਤਾਂ ਮਤਲਬ ਮੋਦੀ ਉਸ ਰੂਪ 'ਚ ਇੰਨੀ ਸੱਤਾ ਵਿੱਚ ਵੀ ਨਹੀਂ ਸੀ ਆਇਆ ਹੋਇਆ, ਤਕੜਾ ਵੀ ਨਹੀਂ ਸੀ ਹੋਇਆ ਹੋਇਆ, ਪਰ ਹਿੰਦੂਤਵਾ ਦੇ ਜਿਹੜੇ ਲੱਛਣ ਜਾਂ ਫਾਸੀਵਾਦ ਦੇ ਲੱਛਣ ਉਹਨੇ ਪਹਿਲਾਂ ਹੀ ਵੇਖਣੇ ਸ਼ੁਰੂ ਕਰਤੇ ਸੀਗੇ। ਅੱਜ ਸਾਡੇ ਸਾਹਮਣੇ ਆ। ਇਹ ਮਤਲਬ ਵੱਡਾ ਇੱਕ ਜਿਹੜਾ ਸ਼ਿਫਟ ਉਹਨੂੰ ਵੇਖਣਾ ਪਊਗਾ।
ਹੁਣ ਹਾਲਾਤ ਇਹ ਬਣੇ ਹੋਏ ਕਿ ਜੋ ਇਹ ਗੱਲਾਂ ਹੋ ਰਹੀਆਂ ਯੂਨੀਵਰਸਿਟੀਆਂ ਦੇ ਵਿੱਚ, ਇਹਦੇ ਵਿੱਚ ਵੱਡੀ ਚਿੰਤਾ ਵਾਲੀ ਗੱਲ ਇਹ ਕਿ ਇਹ ਲੋਕ ਇੱਦਾਂ ਨਹੀਂ ਕਿ ਸਿਰਫ ਕੁਝ ਸੰਗੀਆਂ ਦਾ ਗਰੁੱਪ ਹੈ ਤੇ ਉਹ ਕਰ ਰਿਹਾ, ਇਸ ਦੇ ਪਿੱਛੇ ਜ਼ਾਹਿਰਾ ਤੌਰ ਤੇ ਇੰਡੀਅਨ ਸਟੇਟ ਕੰਮ ਕਰ ਰਹੀ ਹੈ। ਇਹਨਾਂ ਲੋਕਾਂ ਦੇ ਮਗਰ ਸਟੇਟ ਦੀ ਤਾਕਤ ਖੜੀ ਹੈ। ਹੁਣ ਤੱਕ ਵੇਖੋ ਇਹ ਖਬਰਾਂ ਛਪਦੀਆਂ ਸੀ ਕਿ ਮੇਨ ਸਟ੍ਰੀਮ ਵਿੱਚ ਜਦੋਂ ਖਾਲਿਸਤਾਨ ਦੀ ਲਹਿਰ ਪ੍ਰਚੰਡ ਸੀ ਕਿ ਜੀ ਖਾਲਿਸਤਾਨ ਨੇ ਫਲਾਣੇ ਨੂੰ ਧਮਕੀ ਦਿੱਤੀ, ਖਾਲਿਸਤਾਨ ਨੇ ਆਹ ਕੀਤਾ ਵਾਹ ਕੀਤਾ, ਪਰ ਲੈ ਦੇ ਕੇ ਖਾਲਿਸਤਾਨ ਕੋਲ ਕਿਹੜਾ ਕੋਈ ਸਟੇਟ ਖੜਾ ਸੀ? ਇੱਥੇ ਤਾਂ ਸਟੇਟ ਖੜੀ ਹੈ, ਦਿੱਲੀ ਦੀ ਤਾਕਤ ਖੜੀ ਪਿੱਛੇ ਉਹਨਾਂ ਦੇ। ਉਹ ਕਿੱਲਾ ਬਹੁਤ ਮਜ਼ਬੂਤ ਹੈ, ਜਿਸ ਕਰਕੇ ਉਹਨਾਂ ਨੇ ਯੂਨੀਵਰਸਿਟੀਆਂ ਵਿੱਚ ਹੁਣ ਜਿਵੇਂ ਸਪੋਜ਼ ਕੋਈ ਅਸੀਂ ਚੇਅਰ ਕਾਇਮ ਹੋ ਜਾਂਦੀ, ਅੰਬੇਦਕਰ ਦੇ ਨਾਂ 'ਤੇ ਚੇਅਰ ਕਾਇਮ ਹੋ ਗਈ ਜਾਂ ਕੋਈ ਮਤਲਬ ਕੁਛ ਵੀ ਕਾਇਮ ਹੋ ਗਿਆ, ਉਹਦੇ ਵਿੱਚ ਇੰਡੀਅਨ ਕੌਂਸੂਲੇਟ ਦੀ ਖਾਮ-ਖਾਂ ਦੀ ਜਿਹੜੀ ਆ ਸ਼ਮੂਲੀਅਤ ਹੋ ਜਾਂਦੀ। ਸੋ ਉਸ ਦੇ ਜ਼ਰੀਏ ਉਹ ਆਪਣੀ ਗੱਲ ਵੀ ਮਨਵਾਉਂਦੇ ਆ, ਉਸ ਦੇ ਜ਼ਰੀਏ ਇਸ ਗੱਲ ਨੂੰ ਯਕੀਨੀ ਬਣਾਉਂਦੇ ਕਿ ਕੋਈ ਆਲੋਚਨਾ ਨਾ ਕਰ ਸਕੇ। ਇਹ ਤੁਸੀਂ ਵੇਖਣਾ ਆਉਂਦੇ ਦਿਨਾਂ 'ਚ ਇਸ ਦੇ ਹੋਰ ਵੀ ਸਾਨੂੰ ਕਈ ਲੱਛਣ ਵੇਖਣ ਨੂੰ ਮਿਲਣਗੇ। ਅਮਰੀਕਾ 'ਚ ਕੰਮ ਚੱਲ ਪਿਆ, ਉੱਥੇ ਤਾਂ ਇੱਥੋਂ ਤੱਕ ਵੀ ਹੋ ਗਿਆ ਕਿ ਸਕੂਲਾਂ ਦੇ ਵਿੱਚ, ਵਿਦਿਆਲਿਆਂ ਦੇ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਜ਼ਾਤ ਪਾਤ ਬਾਰੇ ਕੋਈ ਨਾ ਪੜ੍ਹਾਇਆ ਜਾਵੇ, ਕਿਉਂ ਜ਼ਾਤ ਪਾਤ ਦੇ ਕੋਡ ਦੀ ਸੱਚਾਈ ਦੱਸਣਾ ਹਿੰਦੂਇਜ਼ਮ ਦਾ ਅਟੈਕ ਨਹੀਂਗਾ, ਪਰ ਇਹ ਲੋਕ ਉਸ ਨੂੰ ਹਿੰਦੂਇਜ਼ਮ ਦਾ ਅਟੈਕ ਦੱਸ ਕੇ ਤੇ ਲੋਕਾਂ ਦੇ ਮੂੰਹ ਬੰਦ ਕਰਾ ਰਹੇ। ਹਿੰਦੂਤਵਾ 'ਤੇ ਅਟੈਕ ਕਰਨਾ, ਹਿੰਦੂ ਧਰਮ 'ਤੇ ਅਟੈਕ ਕਰਨਾ ਨਹੀਂਗਾ, ਪਰ ਜਾਣ-ਬੁੱਝ ਕੇ ਉਸ ਨੂੰ ਇਸ ਤਰ੍ਹਾਂ ਪ੍ਰੋਜੈਕਟ ਕਰ ਰਹੇ ਕਿ ਇਹ ਹਿੰਦੂਆਂ 'ਤੇ ਹਮਲਾ ਹੋ ਰਿਹਾ, ਹਿੰਦੂਆਂ ਦੇ ਖਿਲਾਫ ਘਿਰਨਾ ਫੈਲਾਈ ਜਾ ਰਹੀ। ਜਿਵੇਂ ਤੁਸੀਂ ਸਹੀ ਕਿਹਾ ਕਿ ਜਿੰਨੇ ਵੀ ਹੁਣ ਪੜ੍ਹਾਉਣ ਵਾਲੇ ਨੇ ਉਹਨਾਂ ਵਿੱਚ ਹਰੀ ਸ਼ਰਮਾ ਜੀ ਦੀ ਮਿਸਾਲ ਲੈ ਲਓ, ਬਹੁਤੇ ਤਾਂ ਹਿੰਦੂ ਨੇ, ਬਿਲਕੁਲ ਉਹਨਾਂ ਨੂੰ ਸੈਕੂਲਰਿਜ਼ਮ ਦੀ ਫਿਕਰ ਹੈ ਕਿ ਸਮਾਜ ਦੇ ਵਿੱਚ ਧਰਮ ਦੇ ਆਧਾਰ 'ਤੇ ਫਿਰਕਾ ਪ੍ਰਸਤੀ ਨਾ ਹੋਵੇ। ਇਹ ਗੱਲ ਅੱਜ ਕਹਿਣ ਲਈ ਵੀ ਤੁਸੀਂ ਐਂਟੀ ਹਿੰਦੂ ਮੰਨੇ ਜਾਂਦੇ ਹੋ, ਇਹ ਮਾਹੌਲ ਬਣਾ ਦਿੱਤਾ ਗਿਆ। ਪਰ ਜੇ ਅਸੀਂ ਹਰੀ ਸ਼ਰਮਾ ਹੋਣਾ ਦੀ ਗੱਲ ਉਦੋਂ ਸੁਣ ਲਈ ਹੁੰਦੀ ਤਾਂ ਅੱਜ ਹਾਲਾਤ ਇੱਦਾਂ ਨਹੀਂ ਸੀ ਬਣਨੇ। ਜੇ ਪਹਿਰੇਦਾਰੀ ਕੀਤੀ ਗਈ ਹੁੰਦੀ ਹਾਲਾਤ ਇੱਥੋਂ ਤੱਕ ਨਹੀਂ ਸੀ ਪਹੁੰਚਣੇ। ਪਰ ਜਿਸ ਤਰੀਕੇ ਨਾਲ ਉਹ ਤਾਕਤਾਂ ਜ਼ੋਰ ਫੜ ਰਹੀਆਂ, ਇਹ ਮੰਨ ਕੇ ਚੱਲੋ ਉਹਨਾਂ ਦੇ ਮਗਰ ਇੰਡੀਅਨ ਸਟੇਟ ਖੜਾ, ਤਾਂ ਹੀ ਕਰਕੇ ਗੱਲ ਇੱਥੋਂ ਤੱਕ ਪਹੁੰਚੀ ਹੈ। ਜੇ ਇੰਡੀਅਨ ਸਟੇਟ ਪਿੱਛੇ ਨਾ ਹੋਵੇ ਤਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂਗਾ। ਇਹ ਬਕਾਇਦਾ ਇੱਕ ਲੌਬੀ ਤਕੜੀ ਕਰ ਲਈ ਗਈ ਹੈ, ਔਰ ਜਿਸ ਤਰ੍ਹਾਂ ਉਹ ਜ਼ੋਰ ਫੜ ਰਹੀ ਹੈ ਲੋਕਾਂ ਨੂੰ ਉਸ 'ਤੇ ਚਿੰਤਾ ਹੋਣੀ ਚਾਹੀਦੀ ਹੈ। ਪਰ ਅਫਸੋਸ ਕਿ ਇਸ ਬਾਰੇ ਡਿਸਕਸ਼ਨ ਮੈਂ ਦੇਖਦਾ ਸਾਡੇ ਭਾਈਚਾਰੇ 'ਚ ਨਾ ਦੇ ਬਰਾਬਰ ਆ। ਅਤੇ ਉਹਦੇ ਵਿੱਚ ਵੀ ਇਸ CBC ਵਿੱਚ ਰਿਪੋਰਟ 'ਚ ਹਵਾਲਾ ਦਿੱਤਾ ਗਿਆ ਇਸ ਗੱਲ ਦਾ ਕਿ ਕੁਝ ਪ੍ਰੋਫੈਸਰ ਤਾਂ ਫਿਕਰ ਕਰਦੇ ਇਸ ਗੱਲ ਦੀ ਕਿ ਅਸੀਂ ਕਿਹੜੇ ਮੂੰਹ ਨਾਲ ਆਪਾਂ ਇਹਨਾਂ ਮੁੱਦਿਆਂ 'ਤੇ ਕੁਝ ਕਹੀਏ। ਇੱਕ ਪਾਸੇ ਸਾਨੂੰ ਧਮਕੀਆਂ ਨੇ, ਦੂਜੇ ਪਾਸੇ ਸਾਨੂੰ ਇਹ ਵੀ ਇਸ ਗੱਲ ਦਾ ਪ੍ਰੈਸ਼ਰ ਵੀ ਹੈ ਕਿ ਸਾਨੂੰ ਵੀਜ਼ਾ ਨਹੀਂ ਮਿਲੂਗਾ ਇੰਡੀਆ ਜਾਣ ਲਈ। ਜਿਹੜੇ ਸਾਡੇ ਰਿਸ਼ਤੇਦਾਰ ਇੰਡੀਆ 'ਚ ਬੈਠੇ ਆ ਉਹਨਾਂ ਨਾਲ ਵੀ ਕੁਝ ਮਾੜਾ ਹੋ ਸਕਦਾ, ਇਹ ਵੀ ਉਹਨਾਂ ਦੇ ਮਨਾਂ 'ਚ ਡਰ ਬੈਠਾ ਹੋਇਆ। ਸੋ ਇਹ ਸਾਰਾ ਦੱਸਦਾ ਕਿ ਸਾਨੂੰ ਇਸ ਦੇ ਉੱਤੇ ਸਾਰਿਆਂ ਨੂੰ ਬੇਬਾਕੀ ਨਾਲ ਗੱਲ ਕਰਨੀ ਪੈਣੀ ਹੈ, ਨਹੀਂ ਤਾਂ ਇਹ ਜਿਹੜਾ ਦੈਂਤ ਇਸ ਟਾਈਮ ਮੂੰਹ ਅੜ ਕੇ ਸਾਡੇ ਸਾਹਮਣੇ ਖਲੋਤਾ, ਇਹ ਸਭ ਨੂੰ ਨਿਕਲ ਜਾਊਗਾ। ਜਿਹੜੀ ਧਰਮ ਨਿਰਪੱਖਤਾ ਦੀ, ਸੈਕੂਲਰਿਜ਼ਮ ਦੀ ਗੱਲ ਅਸੀਂ ਕਰਦੇ ਹਾਂ, ਜਿਹਦੇ ਆਧਾਰ 'ਤੇ ਅਸੀਂ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਮੁੱਦਾ ਇਹ ਨਹੀਂ ਕਿ ਹਿੰਦੂ ਧਰਮ ਦੀ ਆਲੋਚਨਾ ਹੈ, ਨਾ ਹੀ ਮੁੱਦਾ ਇਹ ਹੈ ਕਿ ਕਿਸੇ ਖਾਸ ਵਰਗ ਜਾਂ ਭਾਈਚਾਰੇ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ। ਮੁੱਦਾ ਇਹ ਹੈ ਕਿ ਸਟੇਟ ਕਿਸ ਤਰ੍ਹਾਂ ਦੀ ਤਾਕਤ ਵਰਤ ਕੇ ਇਸ ਵੇਲੇ ਖਾਸ ਕਿਸਮ ਦਾ ਹੋਊਗਾ ਜਿਹੜਾ ਨੈਸ਼ਨਲਿਜ਼ਮ ਦੇ ਨਾਂ 'ਤੇ, ਰਾਸ਼ਟਰਵਾਦ ਦੇ ਨਾਂ 'ਤੇ ਇੱਕ ਖਤਰਨਾਕ ਖੇਡ ਖੇਡ ਰਹੀ ਹੈ। ਅਤੇ ਉਹ ਹਿੰਦੂਤਵਾ ਦਾ ਜਿਹੜਾ ਪੱਖ ਹੈ ਉਸ ਨੂੰ ਬਿਆਨ ਕਰਨ ਵਾਲੇ ਉਹ ਪ੍ਰੋਫੈਸਰ ਸਾਹਿਬਾਨ ਯਕੀਨਨ ਤੌਰ 'ਤੇ ਉਹਨਾਂ ਦੇ ਪਿਛੋਕੜ ਜਾਂ ਸੰਬੰਧ ਚਾਹੇ ਜਨਮ ਕਿਸ ਪਰਿਵਾਰ 'ਚ ਹੋਇਆ ਵੱਖਰੀ ਗੱਲ ਹੈ, ਪਰ ਉਹ ਸੈਕੂਲਰਿਜ਼ਮ ਦੇ ਧਾਰਨੀ ਨੇ। ਸੋ ਇਹ ਗੱਲ ਯੂਨੀਵਰਸਿਟੀਆਂ ਤੋਂ ਜਿਸ ਤਰੀਕੇ ਨਾਲ ਸਾਨੂੰ ਇਸ ਵੇਲੇ ਉੱਥੋਂ ਫੀਡਬੈਕ ਮਿਲ ਰਹੀ ਹੈ ਜਾਂ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਉਹਨਾਂ ਪ੍ਰੋਫੈਸਰਾਂ 'ਤੇ ਜੋ ਅਸਰ ਹੋਇਆ, ਉਹਨਾਂ ਦੀ ਗੱਲ ਕਰਨੀ ਕਿਹਨੇ ਹੈ, ਇਹ ਖਬਰਾਂ ਕਿਹਨੇ ਕਰਨੀਆਂ? CBC ਵਰਗਾ ਅਦਾਰਾ ਜਿਸ ਨੂੰ ਕੋਈ ਫਿਕਰ ਨਹੀਂ, ਇੰਡੀਅਨ ਸਟੇਟ ਕੌਂਸਲੇਟ ਜਾਂ ਹੋਰ ਤਾਕਤਾਂ ਦਾ, ਸਫੀਰਾਂ ਦਾ ਕੋਈ ਫਿਕਰ ਨਹੀਂ, ਉਹ ਤਾਂ ਕਰੇਗਾ। ਪਰ ਜਿਨ੍ਹਾਂ ਨੂੰ ਫਿਕਰ ਹੈ ਉਹ ਨਹੀਂ ਕਰਨਗੇ। ਉਸੇ ਤਰ੍ਹਾਂ ਜਿਵੇਂ ਪ੍ਰੋਫੈਸਰਾਂ ਨੇ ਕਿਹਾ ਕਿ ਸਾਨੂੰ ਫਿਕਰ ਹੈ ਇਸ ਗੱਲ ਦਾ ਕਿ ਕੱਲ੍ਹ ਨੂੰ ਸਾਨੂੰ ਭਾਰਤ ਜਾਣ ਤੋਂ ਰੋਕਿਆ ਜਾ ਸਕਦਾ, ਕੱਲ੍ਹ ਨੂੰ ਸਾਡੇ 'ਤੇ ਹੋਰ ਕਿਸੇ ਤਰ੍ਹਾਂ ਧੱਕੇਸ਼ਾਹੀ ਹੋ ਸਕਦੀ ਹੈ। ਇਹੀ ਗੱਲ ਮੀਡੀਆ ਦੀ ਹੈ। ਜਦੋਂ ਸਵਾਲ ਆਉਂਦਾ ਮੀਡੀਆ ਕਿਉਂ ਨਹੀਂ ਗੱਲ ਕਰਦਾ, ਗੱਲ ਇਸੇ ਕਾਰਨ ਹੀ ਨਹੀਂ ਕਰਦਾ। ਇਹ ਨਹੀਂ ਕਿ CBC ਦੀ ਖਬਰ ਜਾਂ ਰਿਪੋਰਟ ਉਹਨਾਂ ਨੇ ਪੜ੍ਹੀ ਨਹੀਂ, ਇਹ ਵੀ ਨਹੀਂ ਕਿ ਇਹ ਗੱਲ ਜਿਹੜੀ ਹੈ ਉਹ ਉਸ ਤੋਂ ਪਹਿਲਾਂ ਜਾਣਦੇ ਨਹੀਂ। CBC ਨੂੰ ਤਾਂ ਬਾਅਦ 'ਚ ਪਤਾ ਲੱਗਣਾ, ਪਹਿਲਾਂ ਤਾਂ ਸਾਨੂੰ ਪਤਾ ਕਿ ਜਿਸ ਦੇਸ਼ 'ਚੋਂ ਅਸੀਂ ਆਏ ਹਾਂ ਉੱਥੇ ਕੀ ਹੋ ਰਿਹਾ ਅਤੇ ਉਹਦਾ ਅਸਰ ਇੱਥੇ ਕੀ ਪੈ ਰਿਹਾ, ਸਾਨੂੰ ਤਾਂ ਬਹੁਤਾ ਪਤਾ ਹੋਣਾ ਚਾਹੀਦਾ ਤਾਂ ਇਹ ਸੀ ਸਾਡੇ ਰਿਸਰਚ ਫੋਲੋਅਰਜ਼, ਸਾਡੇ ਸਾਥੀ ਪੱਤਰਕਾਰ, ਅਸੀਂ ਲੋਕ ਇਹ ਗੱਲ ਕੱਢ ਕੇ ਸਾਹਮਣੇ ਲਿਆਉਂਦੇ, ਪਰ ਕੈਨੇਡਾ ਦਾ CBC ਅਦਾਰਾ ਇਸ ਨੂੰ ਕੱਢ ਕੇ ਲੈ ਕੇ ਆ ਰਿਹਾ, ਕਿਉਂਕਿ ਉਸ 'ਤੇ ਉਹ ਭੈ ਦਾ ਕੁੰਡਾ ਨਹੀਂ ਹੈ ਜਿਹੜਾ ਕੁੰਡਾ ਸਾਡੇ ਮੀਡੀਆ 'ਤੇ ਹੈ। ਸਾਡੇ ਮੀਡੀਆ ਨੂੰ ਤਾਂ ਸਾਹ ਲੈਣ ਵੇਲੇ ਵੀ ਸੋਚਣਾ ਪੈਂਦਾ ਕਿ ਅਸੀਂ ਸਾਹ ਲਈਏ ਕਿ ਨਾ ਲਈਏ, ਨਹੀਂ ਤਾਂ ਕਿਤੇ ਸਾਡੇ ਉੱਪਰ ਕਿਸੇ ਤਰੀਕੇ ਨਾਲ ਇੰਡੀਅਨ ਸਟੇਟ ਦਾ ਕੋਈ ਗਾਜ਼ ਨਾ ਪੈ ਜਾਏ ਅਤੇ ਅਸੀਂ ਕੀ ਕਦਮ ਚੱਕੀਏ। ਅਤੇ ਉਹਨਾਂ ਦਾ ਇੱਕ ਝਟਕਾ ਜਿਹੜਾ ਹੈ ਸਾਰਿਆਂ ਦੀ ਜ਼ੁਬਾਨ ਬੰਦ ਕਰ ਦਿੰਦਾ। ਇਸੇ ਕਾਰਨ ਹੀ ਨਹੀਂ ਬੋਲਦੇ, ਵਰਨਾ ਜੇ ਕੋਈ ਕਵੇ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਮਾਸ਼ਰੇ 'ਚ ਕੀ ਹੋ ਰਿਹਾ, ਇਹ ਗਲਤ ਹੈ। ਸੱਚਾਈ ਇਹ ਹੈ ਕਿ ਸਾਡੇ ਕੋਲ ਹਰ ਪਲ ਦੀ ਖਬਰ ਹੈ। ਜੇ ਹੋਰ ਖਬਰਾਂ ਸਾਨੂੰ
ਮਿਲ ਸਕਦੀਆਂ, ਇਹ ਨਹੀਂ ਪਤਾ ਕਿ ਇਹ ਧੱਕੇਸ਼ਾਹੀ ਹੋ ਰਹੀ ਹੈ। ਪਰ ਹੁਣ ਮਾਹੌਲ ਹੀ ਇਹੋ ਜਿਹਾ ਬਣ ਗਿਆ ਕਿ ਜ਼ੁਬਾਨ ਬੰਦ ਰੱਖੋ, ਚੁੱਪ ਰਹੋ, ਬੋਲਣ ਦੇ ਨਾਲ ਫਾਇਦਾ ਕੋਈ ਨਹੀਂ। ਜ਼ੁਬਾਨ ਬੰਦ ਕਰਕੇ ਅਸਲ ਦੇ ਵਿੱਚ ਉਹਨਾਂ ਤਾਕਤਾਂ ਨੂੰ ਸ਼ਹਿ ਦੇਣਾ ਜਿਹੜਾ ਅੱਜ ਸਾਡਾ ਸੁਭਾਅ ਬਣ ਚੁੱਕਿਆ। ਦੇਖੋ, ਮੈਨੂੰ ਹੁਣ ਉਮੀਦ ਸਿਰਫ ਆਪਣੇ ਸਰੋਤਿਆਂ ਤੋਂ, ਦਰਸ਼ਕਾਂ ਤੋਂ ਹੈ। ਜੇ ਹੋਸਟ ਸਾਡੇ ਇਹੋ ਜਿਹੇ ਸ਼ੋਅ ਨਹੀਂ ਕਰ ਰਹੇ, ਹਾਂਜੀ, ਮੈਂ ਗੱਲ ਖੁੱਲ੍ਹ ਕੇ ਕਹਿਣੀ ਚਾਹੁੰਦਾ, ਜੇ ਸਾਡੇ ਹੋਸਟ ਇਹ ਆਪਣੇ ਫਰਜ਼ ਨਹੀਂ ਪਛਾਣ ਰਹੇ, ਇਸ ਤਰ੍ਹਾਂ ਦੇ ਟਾਕ ਸ਼ੋਅ ਨਹੀਂ ਕਰ ਰਹੇ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਰਹੇ, ਤੇ ਜਿਹੜੇ ਸਰੋਤੇ ਕਾਲਾਂ ਕਰਦੇ ਆ, ਜਿਹੜੇ ਸਾਰਾ ਕੁਝ ਵੇਖਦੇ ਆ, ਇਹ ਜ਼ਿੰਮੇਵਾਰੀ ਉਹਨਾਂ ਦੀ ਬਣ ਗਈ ਹੈ ਕਿ ਤੁਸੀਂ ਜਦੋਂ ਵੀ ਮੌਕਾ ਲੱਗੇ, ਲਾਈਨ ਖੁੱਲ੍ਹੀ ਹੋਵੇ, ਜਾ ਕੇ ਇਹ ਕਹੋ ਕਿ ਐਡਾ ਵੱਡਾ ਮੁੱਦਾ ਤੁਸੀਂ ਇਸ 'ਤੇ ਟਾਕ ਸ਼ੋਅ ਲੈ ਕੇ ਆਓ, ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ। ਇਹੋ ਜਿਹੇ ਕਾਲਾਂ ਤਾਂ ਤਾਂਤਾ ਲਿਆ ਦਿਓ ਸਟੇਸ਼ਨਾਂ ਦੇ ਉੱਤੇ, ਇੱਕ ਵਾਰੀ ਤਾਂ ਹਰੜਾ ਕਰ ਦਿਓ ਕਿ ਵੀ ਹਾਂ, ਇਹ ਅਸੀਂ ਚਾਹੁੰਦੇ ਕਿ ਇਸ 'ਤੇ ਡਿਸਕਸ਼ਨ ਹੋਵੇ। ਇਹ ਜ਼ਿੰਮੇਵਾਰੀ ਸਾਡੇ ਜੇ ਸਰੋਤੇ ਦਰਸ਼ਕ ਚੱਕ ਲੈਣਾ, ਤਾਂ ਮੈਂ ਕਹਿੰਦਾ ਜਿਹੜੇ ਹੋਸਟ ਮੁੱਛਾਂ ਨੂੰ ਵੱਢਦੇ ਹੀ ਫਿਰਦੇ ਇੱਥੇ ਕੌਂਸਲਖਾਨੇ ਦੇ ਚਾਪਲੂਸ ਬਣੇ, ਸਾਰਿਆਂ ਦੀ ਬੋਲਤੀ ਬੰਦ ਹੋ ਜਾਊਗੀ। ਇੱਕ ਵਾਰੀ ਆਪਣਾ ਇਹ ਕੰਮ ਕਰਕੇ ਵਿਖਾ ਦੇਣ, ਉਹਨਾਂ ਕੋਲ ਤਾਕਤ ਹੈ, ਡੈਮੋਕ੍ਰੇਸੀ ਹੈ। ਤੁਸੀਂ ਜਾ ਕੇ ਕਹੋ, ਜਦੋਂ ਕੋਈ ਕਹਿੰਦੇ ਖੁੱਲ੍ਹੇ ਵਿਚਾਰ ਦਿਓ ਆਪਣੇ, ਅਤੇ ਖੁੱਲ੍ਹੇ ਵਿਚਾਰਾਂ ਵਿੱਚ ਜਾ ਕੇ ਇੱਕ ਵਿਚਾਰ ਇਹ ਵੀ ਰੱਖੋ ਕਿ ਇਹਨਾਂ ਮੁੱਦਿਆਂ 'ਤੇ ਗੱਲਾਂ ਕਿਉਂ ਨਹੀਂ ਹੋ ਰਹੀਆਂ। ਔਰ ਇਹ ਗੱਲ ਤੋਂ ਖਰੀ ਬੜੇ ਚਿਰਾਂ ਤੋਂ CBC ਨੇ ਤਾਂ ਹੁਣ ਰਿਪੋਰਟ ਕੀਤੀ ਹੈ ਨਾ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਦੋਂ ਜਗਮੀਤ ਸਿੰਘ ਦੇ ਦਫ਼ਤਰ ਦੇ ਬਾਹਰ ਮੁਜ਼ਾਹਰੇ ਹੋਏ ਜਿਨ੍ਹਾਂ ਦਿਨਾਂ 'ਚ, ਉਹਨਾਂ ਦਿਨਾਂ 'ਤੇ ਕਾਨਫਰੰਸ ਰੱਖੀ ਗਈ ਸੀ, ਇਹ ਕੰਮ ਤਾਂ ਉਦੋਂ ਤੋਂ ਚੱਲ ਰਿਹਾ, ਧਮਕੀਆਂ ਤਾਂ ਉਦੋਂ ਦੀਆਂ ਆ ਰਹੀਆਂ। CA ਦੇ ਖਿਲਾਫ ਜਦੋਂ ਚਰਚਾ ਹੁੰਦੀ ਸੀ UBC 'ਚ ਜਾਂ ਹੋਰ ਥਾਵਾਂ 'ਤੇ, ਇੱਥੇ ਵੀ ਧਮਕੀਆਂ ਦਿੱਤੀਆਂ ਗਈਆਂ ਲੋਕਾਂ ਨੂੰ, ਐਨ ਮਰਫੀ ਵਰਗੇ ਨੂੰ ਧਮਕਾਇਆ ਗਿਆ। ਮਤਲਬ ਸਿਲਸਿਲਾ ਤਾਂ ਬਹੁਤ ਦੇਰ ਦਾ ਚੱਲਦਾ ਆ ਰਿਹਾ। CBC ਦੀ ਰਿਪੋਰਟ ਹੋ ਗਈ ਹੈ, ਬਹੁਤ ਵਧੀਆ ਹੋਇਆ, ਪਰ ਸਿਲਸਿਲਾ ਬਹੁਤ ਚਿਰ ਤੋਂ ਚੱਲਦਾ ਆ ਰਿਹਾ, ਇਹ ਮੈਂ ਦੱਸਣਾ ਚਾਹੁੰਦਾ। ਔਰ ਇਹਦੇ ਪਿੱਛੇ ਜਿਹੜੀ ਸਭ ਤੋਂ ਵੱਡੀ ਤਾਕਤ ਕੰਮ ਕਰ ਰਹੀ ਭਾਰਤੀ ਸਫੀਰਾਂ ਦੀ, ਉਸ ਲੌਬੀ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਇਹ ਗੱਲ ਇਕੱਲੀ ਇਹ ਨਹੀਂ ਕਿ ਸਿਰਫ ਸੰਘੀਆਂ ਦੇ ਇੱਥੇ ਨਾਲ ਜੁੜੇ ਹੋਏ ਲੋਕ ਬੈਠੇ ਨੇ ਅਤੇ ਉਹ ਕੰਮ ਕਰ ਰਹੇ। ਇਹ ਤਾਂ ਬਹੁਤ ਸੌਖਾ ਜਿਹਾ ਢੰਗ ਆ, ਤੁਸੀਂ ਕਹਿ ਦਿਓ ਹਾਂਜੀ BJP ਵਾਲੇ ਕਰ ਰਹੇ ਜੀ, ਪਰ BJP ਪਾਵਰ 'ਚ ਹੈ, ਸਰਕਾਰ ਉਹਨਾਂ ਕੋਲ, ਵਿਦੇਸ਼ ਮੰਤਰਾਲਾ ਉਹਨਾਂ ਦੇ ਕੋਲ ਪਾਇਆ ਹੋਇਆ ਜੇਬ 'ਚ, ਉਹਨਾਂ ਦੀ ਪਹੁੰਚ ਇਸ ਵੇਲੇ, ਉਹ ਆਪਣੀ ਗੱਲ ਠੁਕਣਾ ਮਨਵਾਉਂਦੇ ਆ। ਉਹਨਾਂ ਦਾ ਕਿ ਕੋਈ ਬਾਹਰਲੀ ਸਰਕਾਰ ਕੁਛ ਕਰਨ ਲਈ ਤਿਆਰ ਨਹੀਂ ਹੈਗੀ। ਹੁਣ ਸਾਡੇ ਵੇਖ ਲਓ ਜਿਹੜੇ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨ ਨੇ, ਅਫਗਾਨਿਸਤਾਨ 'ਚ ਕੀ ਹੋ ਰਿਹਾ, ਪਾਕਿਸਤਾਨ 'ਚ ਕੀ ਹੋ ਰਿਹਾ, ਚੀਨ 'ਚ ਕੀ ਹੋ ਰਿਹਾ, ਉਹਦੇ ਬਾਰੇ ਬੜੀ ਫਿਕਰ ਇਹਨਾਂ ਨੂੰ। ਇੰਡੀਆ 'ਚ ਕੀ ਹੋ ਰਿਹਾ ਉਹਦੇ ਬਾਰੇ ਇਹਨਾਂ ਨੂੰ ਕੋਈ ਉੱਕਾ ਹੀ ਪਰਵਾਹ ਨਹੀਂ, ਜਿਹਦੇ ਕਾਰਨ ਇਹਨਾਂ ਲੋਕਾਂ ਨੂੰ ਮੂੰਹ ਪਿਆ ਹੋਇਆ। ਸੋ ਸਾਡੇ ਮੁਆਸ਼ਰੇ ਨੂੰ ਹੁਣ ਖੜੇ ਹੋਣਾ ਪੈਣਾ। ਜੇ ਸਾਡਾ ਮੀਡੀਆ ਆਪਣੇ ਫਰਜ਼ਾਂ ਨੂੰ ਨਹੀਂ ਪਛਾਣ ਰਿਹਾ ਤਾਂ ਉਹਨਾਂ ਨੂੰ ਖੜੇ ਹੋਣਾ ਪੈਣਾ। ਜੇ CBC ਰਿਪੋਰਟ ਕਰ ਸਕਦਾ ਤਾਂ ਸਾਨੂੰ ਤਾਂ ਕਰਨੀ ਪੈਣੀ। ਇਹ ਦੇਖੋ ਸਿੱਤਮ ਦੀ ਗੱਲ ਕਿ ਉੱਥੇ ਇੰਡੀਆ 'ਚ ਹਾਲਾਤ ਨੇ, ਜਿਵੇਂ ਤੁਸੀਂ ਇੰਟਰੋਡਕਸ਼ਨ ਸ਼ੁਰੂ 'ਚ ਕਹਿਤਾ ਸੀ, ਉੱਥੋਂ ਦੇ ਬੁੱਧੀਜੀਵੀ ਤਾਂ ਜੇਲ੍ਹਾਂ 'ਚ ਤਾੜੇ ਪਏ ਆ। GN ਸਾਈ ਬਾਬਾ ਹੋਇਆ, ਗੌਤਮ ਨਵਲਖਾ ਹੋਇਆ, ਆਨੰਦ ਤੇਲ ਤੁੰਬੜੇ ਹੋਇਆ, ਕਿਹਦਾ ਨਾਂ ਲਈਏ ਆਪਾਂ। ਹੁਣ ਹਾਲਾਤ ਇਹ ਬਣਾਤੇ ਕਿ ਜਿਹੜੇ ਬਾਹਰ ਬੈਠੇ ਉਹ ਵੀ ਨਾ ਬੋਲਣ, ਅਤੇ ਫਿਰ ਬੋਲੂ ਕਿਹੜਾ। ਇਸ ਕਰਕੇ ਹੁਣ ਮੁਆਸ਼ਰੇ ਨੂੰ ਚਾਹੀਦਾ ਕਿ ਇਹ ਜ਼ਿੰਮੇਵਾਰੀ ਆਪਣੇ ਹੱਥੀਂ ਲਵੇ। ਤੁਸੀਂ ਇਹ ਜਿਹੜੇ ਆਪਣੇ ਤੁਹਾਡੇ ਹੋਸਟ ਜਿਹਨਾਂ ਨੂੰ ਤੁਸੀਂ ਖੁਦਾ ਬਣਾਇਆ ਹੋਇਆ, ਉਹਨਾਂ ਨੂੰ ਖੁਦਾ ਨਾ ਸਮਝੋ, ਉਹ ਵੀ ਤੁਹਾਡੇ ਨੌਕਰ ਨੇ, ਸਰਵੈਂਟ ਨੇ ਤੁਹਾਡੇ। ਉਹਨਾਂ ਨੂੰ ਕਹੋ ਕਿ ਇਹਨਾਂ ਮੁੱਦਿਆਂ 'ਤੇ ਟਾਕ ਸ਼ੋ ਕਰੋ। ਇਹ ਗੱਲ ਬੜੀ ਕਮਾਲ ਦੀ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ NDP ਦੇ ਆਗੂ ਜਗਮੀਤ ਸਿੰਘ, ਮੈਨੂੰ ਉਹ ਦਿਨ ਯਾਦ ਨਹੀਂ ਜਦੋਂ ਉਹਨਾਂ ਦੀ ਚੋਣ ਵਾਸਤੇ ਉਹ ਇਲੈਕਸ਼ਨ ਦੇ ਵਿੱਚ ਖੜ੍ਹੇ ਸਨ, ਤਾਂ ਕਈ ਵਾਰ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਜੀ ਇਹ ਸਿੱਖ ਪੱਖੀ ਨੇ। ਕਈ ਮੀਡੀਆ ਨੇ ਉਹਨਾਂ ਦੀ ਇੰਟੈਂਸ਼ਨ ਦੇ ਆਪੋਜਿਟ ਜਾ ਕੇ ਅਸੀਂ ਆਲੋਚਨਾ ਵੀ ਕੀਤੀ, ਟੈਰੀ ਮਲਸਕੀ ਵਰਗਿਆਂ ਦੀ ਖੁੱਲ੍ਹ ਕੇ, ਜਿਨ੍ਹਾਂ ਨੇ ਐਨ ਇਸ ਗੱਲ ਨੂੰ ਜਾਣ-ਬੁੱਝ ਕੇ ਉਹਨਾਂ ਨੂੰ ਘੜੀਸਣ ਦੀ ਕੋਸ਼ਿਸ਼ ਕੀਤੀ ਕਈ ਤਰ੍ਹਾਂ ਦੇ ਮਾਮਲਿਆਂ 'ਚ, ਜਦੋਂ ਕਿ ਉਹਨਾਂ ਦੀ ਸਪਸ਼ਟ ਪਹੁੰਚ ਸਾਹਮਣੇ ਸੀ। ਉਸ ਤੋਂ ਬਾਅਦ ਜਦੋਂ ਜਗਮੀਤ ਸਿੰਘ ਬਾਕਾਇਦਾ ਤੌਰ 'ਤੇ ਇੱਕ ਵੱਡੇ ਨੇਤਾ ਦੇ ਤੌਰ 'ਤੇ ਸਾਹਮਣੇ ਆਏ, ਤਾਂ ਉਹਨਾਂ ਦੇ ਸਿੱਖ ਹੋਣ ਕਾਰਨ, ਉਹਨਾਂ ਦੀ ਅਗਾਂਹਵਧੂ ਸੋਚ ਕਾਰਨ ਉਹਨਾਂ ਨੂੰ ਕੁਝ ਤਾਕਤਾਂ ਨੇ ਬਾਕਾਇਦਾ ਨਿਸ਼ਾਨੇ 'ਤੇ ਰੱਖਿਆ। ਅਤੇ ਜਿਹੜੇ NDP ਦੇ ਸਪੋਰਟਰ, ਸਾਥੀ, ਸਮਰਥਕ ਸਨ, ਕਈ ਉਹਨਾਂ ਦੇ ਵਿੱਚੋਂ ਵੀ ਪਿੱਛੇ ਹਟ ਗਏ ਕਿ ਹੁਣ ਬੋਲਣਾ ਜਿਹੜਾ ਹੈ ਉਹ ਸਟੇਟ ਦੇ ਹੱਕ ਦੇ ਵਿੱਚ ਨਹੀਂ ਜਾਣਾ, ਇੰਡੀਅਨ ਸਟੇਟ ਦੇ। ਅਤੇ ਕਮਾਲ ਦੀ ਗੱਲ ਹੈ ਕਿ ਜਗਮੀਤ ਸਿੰਘ ਵਰਗੇ ਦਾ ਵੀਜ਼ਾ ਇੰਡੀਅਨ ਸਟੇਟ ਨੇ ਰੋਕਿਆ, ਜਿਹੜਾ ਅੱਜ ਅਸੀਂ ਕਹਿ ਲਈਏ ਕਿ ਅਣਐਲਾਨਿਆ ਡਿਪਟੀ ਪ੍ਰਾਈਮ ਮਿਨਿਸਟਰ ਤੱਕ ਦਾ ਜਿਹੜੀ ਤਾਕਤ ਦੇ ਵਿੱਚ ਬੈਠਾ। ਜੇ ਲਿਬਰਲ ਸਰਕਾਰ ਕੈਨੇਡਾ ਦੀ ਅਗਵਾਈ ਦੇ ਰਹੀ ਹੈ ਅਤੇ ਉਹਦਾ ਸਹਿਯੋਗ ਹੈ ਅਤੇ ਹਰ ਪਲ 'ਤੇ ਹੈ, ਅਤੇ ਉਸ ਨੂੰ ਵੀ ਇਸ ਤਰੀਕੇ ਨਾਲ ਰੋਕਿਆ, ਨਾ ਸਿਰਫ ਉੱਥੇ ਬਲਕਿ ਉਹਦੇ ਦਫ਼ਤਰ ਦੇ ਬਾਹਰ ਵਿਰੋਧ ਕੀਤਾ। ਪਰ ਗੱਲ ਉਸ ਵੇਲੇ ਚਾਹੀਦੀ ਸੀ ਕਿ NDP ਦੇ ਸਮਰਥਕ ਜਾਂ ਮੀਡੀਆ ਕਰਮੀ ਜਾਂ ਸਾਰੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਬੋਲਦੇ। ਚੰਦ ਨੂੰ ਛੱਡ ਕੇ ਬਾਕੀਆਂ ਨੇ ਨਾ ਬੋਲਣਾ ਹੀ ਮੁਨਾਸਬ ਸਮਝਿਆ। ਭਾਰਤ ਦੇ ਵਿੱਚ ਇਸ ਦੀ ਵਿਸ਼ੇਸ਼ਤਾ ਅਸੀਂ ਕਹਿ ਸਕਦੇ ਹਾਂ ਕਿ ਰਵੀਸ਼ ਕੁਮਾਰ ਵਰਗੇ ਜਾਂ ਕੁਝ ਇੱਕ ਹੋਰ ਪੱਤਰਕਾਰ ਜਿਹੜੇ ਆ ਇਸ 'ਤੇ ਗੱਲਬਾਤ ਕਰ ਰਹੇ ਨੇ। ਬੋਲ ਬੰਦਿਆਂ ਨਾਂ ਦੀ ਉਹਨਾਂ ਦੀ ਕਿਤਾਬ ਇੱਕ ਪਿਛਲੇ ਦਿਨੀ ਉਸ ਦਾ ਪੰਜਾਬੀ 'ਚ ਅਨੁਵਾਦ ਹੋਇਆ ਅਤੇ ਉਹ ਛਪਣ ਜਾ ਰਹੀ ਹੈ। ਅੱਜ ਸਵੇਰੇ ਇੱਕ ਲੇਖ ਉਹਨਾਂ ਨੇ ਲਿਖ ਕੇ ਭੇਜਿਆ ਕਿਤਾਬ ਦੇ ਪ੍ਰੀਫੇਸ 'ਤੇ, ਉਹ ਇੱਕ ਆਰਟੀਕਲ ਮੈਂ ਵੀ ਲਿਖਿਆ ਉਹਦੇ 'ਚ। ਜਦੋਂ ਉਹਨਾਂ ਨੇ ਲਿਖ ਕੇ ਭੇਜਿਆ ਉਹਦੇ 'ਚ ਇਹ ਦੱਸਿਆ ਕਿ ਜਿਸ ਤਰ੍ਹਾਂ ਦਾ ਹੁਣ ਇਸ ਵੇਲੇ ਮਾਹੌਲ ਚੱਲ ਰਿਹਾ ਹੈ,
ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜਾਂ ਉਹਨਾਂ ਵਰਗੇ ਉਹਨਾਂ ਲੋਕਾਂ ਦੇ ਜਿਹੜੇ ਹਕੂਮਤ ਦੀ ਆਲੋਚਨਾ ਕਰ ਰਹੇ ਨੇ, ਸਭ ਤੋਂ ਖਤਰਨਾਕ ਤੇ ਦਬਾਅ ਵਾਲਾ ਜਿਹੜਾ ਮਾਹੌਲ ਹੈ, ਸਿਖਰ ਦਾ ਮਾਹੌਲ ਹੈ। ਤੇ ਜੇ ਹੁਣ ਲੋਕ ਨਾ ਬੋਲੇ ਤਾਂ ਉਹੇ ਜਿਹੇ ਜਿਹੜੇ ਚੰਦ ਬੰਦੇ ਬੋਲਣ ਵਾਲੇ ਨੇ, ਉਹਨਾਂ ਬੰਦਿਆਂ ਦੀ ਮਾਨਸਿਕਤਾ ਨੂੰ ਬਹੁਤ ਵੱਡੀ ਸੱਟ ਵੱਜੇਗੀ। ਤੁਸੀਂ ਬਾਖੂਬੀ ਕਿਹਾ ਕਿ ਲੋਕ ਜੇ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਨੇ, ਅੱਗੇ ਆਉਣ, ਸੜਕਾਂ ਤੇ ਆਉਣ। ਅੱਜ ਅਸੀਂ ਦੇਖਦੇ ਹਾਂ ਪਾਕਿਸਤਾਨ ਦੇ ਵਿੱਚ ਜੋ ਹੋ ਰਿਹਾ, ਸੜਕਾਂ ਤੇ ਆਈ ਗਈ ਨੌਜਵਾਨ ਪੀੜ੍ਹੀ ਆਪਣੇ ਵਿਰੋਧ ਕਰ ਰਹੇ ਨੇ। ਇੱਥੇ ਵੀ ਅਸੀਂ ਦੇਖਦੇ ਹਾਂ ਕਿ ਜੇ ਇਹੋ ਜਿਹੀਆਂ ਜਿਹੜੀਆਂ ਤਿਰੰਗੇ ਰੈਲੀਆਂ, ਝੰਡੇ ਕੱਢੇ ਜਾ ਰਹੇ ਨੇ, ਤਾਂ ਦੂਸਰੇ ਪਾਸੇ ਅਗਾਂਹ ਵਧੂ ਲੋਕ ਵੀ, ਸੈਕੂਲਰ ਲੋਕ ਵੀ, ਉਹ ਵੀ ਅੱਗੇ ਆ ਸਕਦੇ ਨੇ। ਪਰ ਜਦੋਂ ਸੈਕੂਲਰਿਜ਼ਮ ਦੇ ਨਾਂ 'ਤੇ, ਧਰਮ ਨਿਰਪੱਖਤਾ ਦੇ ਨਾਂ 'ਤੇ ਪ੍ਰੋਫੈਸਰ ਜੀਨ ਸਾਈ ਬਾਬਾ ਤੋਂ, ਗੌਤਮ ਨਵਲਖਾ ਤੋਂ ਜਾਂ ਹੋਰਾਂ ਤੋਂ ਅਸੀਂ ਜੋ ਉਹਨਾਂ ਨਾਲ ਹੋ ਰਿਹਾ ਧੱਕੇਸ਼ਾਹੀ ਆ, ਉਹਨਾਂ ਦੇ ਬਾਰੇ ਜਦੋਂ ਗੱਲਬਾਤ ਕਰਨ ਲਈ ਕੋਈ ਪ੍ਰੋਟੈਸਟ ਰੱਖਦੇ ਆ, ਕੋਈ ਇਕੱਠ ਰੱਖਦੇ ਆ, ਕੋਈ ਚਿੰਤਨ ਰੱਖਦੇ ਆ, ਤਾਂ ਦੁੱਖ ਇਸ ਗੱਲ ਦਾ ਹੁੰਦਾ ਕਿ ਉਸ ਵੇਲੇ ਸਨਾਟਾ ਛਾ ਜਾਂਦਾ। ਅਤੇ ਜਿਹੜੇ ਬੰਦੇ ਕਹਿੰਦੇ ਕਹਾਉਂਦੇ ਵੀ ਨੇ, ਅਸੀਂ ਡਾਕਟਰ ਸਾਹਿਬ ਦਾ ਨਾਂ ਤਾਂ ਲਿਆ, ਪਰ ਬਹੁਤ ਐਸੇ ਨੇ ਜਿਹੜੇ ਉਹਨਾਂ ਦਾ ਨਾਂ ਤਾਂ ਜਪਦੇ ਨੇ ਪਰ ਗੱਲ ਕਰਨ ਨੂੰ ਤਿਆਰ ਨਹੀਂ। ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਜੇ ਇੱਥੇ ਕੋਈ ਟੁੱਚ ਕਿਸਮ ਦਾ ਕਲਾਕਾਰ ਜਿਹਦੀ ਕੋਈ ਵੀ ਦੇਣ ਨਹੀਂ ਹੈ, ਮਾਂ ਮਾਸੀ ਦਾ ਨੈਰੇਟਿਵ ਸਿਰਜੀ ਜਾਏ, ਕੁਝ ਵੀ ਕਰੀ ਜਾਏ, ਤਾਂ ਉੱਥੇ ਹਜ਼ਾਰਾਂ ਆ ਜਾਂਦੇ ਨੇ। ਜਦੋਂ ਕੋਈ ਚਿੰਤਨ ਦੀ ਗੱਲ ਆਉਂਦੀ ਹੈ ਜਾਂ ਸਥਾਪਤੀ ਦੇ ਖਿਲਾਫ ਲੜਨ ਦੀ ਗੱਲ ਹੁੰਦੀ ਹੈ, ਤਾਂ 5-7 ਚਿਹਰਿਆਂ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਨਹੀਂ, ਇਸ ਗੱਲ ਦਾ ਅਫਸੋਸ ਤਾਂ ਹਮੇਸ਼ਾ ਰਹੂਗਾ ਕਿ ਇੱਕ ਤਾਂ ਲੋਕਾਂ ਦੇ ਵਿੱਚ ਉਹ ਸੰਵੇਦਨਾ ਨਹੀਂ ਰਹੀ, ਇੱਕ ਲੋਕਾਂ 'ਚ ਡਰ ਵੀ ਹੈ, ਕਈ ਤਰ੍ਹਾਂ ਦੀਆਂ ਮਜਬੂਰੀਆਂ ਉਹਨਾਂ ਦੀਆਂ। ਪਰ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਜਦੋਂ ਆਪਣੇ ਗੌਰਵਮਈ ਇਤਿਹਾਸ ਨੂੰ ਵੇਖ ਲਈਏ ਜੀ, ਸਾਡੇ ਜਿਹੜੇ ਗਦਰੀ ਬਾਬੇ ਸਾਰਿਆਂ ਨੇ ਇੱਥੇ ਰਹਿ ਕੇ ਜ਼ੁਲਮ ਦਾ ਟਾਕਰਾ ਕੀਤਾ ਉਹਨਾਂ ਨੇ। ਅੱਜ ਜੋ ਅਸੀਂ ਸਹੂਲਤਾਂ ਮਾਣ ਰਹੇ ਉਹਨਾਂ ਦੀ ਲੜਾਈਆਂ ਬਦੌਲਤ। ਜੇ ਅਸੀਂ ਇਸ ਤਰ੍ਹਾਂ ਵੇਚਦੇ ਰਹੇ ਤਾਂ ਇਹ ਵੀ ਹੱਕ ਸਾਡੇ ਕੋਲ ਕਿਸ ਤਰ੍ਹਾਂ ਖੁੱਸ ਸਕਦੇ ਜੀ, ਜਿਹੋ ਜਿਹੀਆਂ ਤਾਕਤਾਂ ਜ਼ੋਰ ਫੜ ਗਈਆਂ। ਸੋ ਇਹ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ, ਆਪਣੇ ਹੱਕਾਂ ਦੀ ਸਹੀ ਮਤਲਬ ਉਸ ਦੀ ਇਸਤੇਮਾਲ ਕਰੋ। ਤੁਸੀਂ ਵੇਖੋ ਕਿ ਇੱਕ ਅਫਸੋਸ ਦੀ ਮੈਂ ਗੱਲ ਦੱਸਣ ਲੱਗਾ ਕਿ ਜਦੋਂ ਪਿੱਛੇ ਦਿੱਲੀ ਵਿੱਚ ਇੱਕ ਸਿੱਖ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਹੋਇਆ ਸੀ, ਆਪਾਂ ਡਿਸਕਸ਼ਨ ਵੀ ਕੀਤੀ ਸੀ ਇੱਥੇ। ਸਰੀ ਡੈਲਟਾ ਗੁਰੂ ਘਰ ਵਾਲਿਆਂ ਨੇ ਉਚੇਚ ਕੀਤੀ, ਕੌਂਸਲੇਟ ਦੇ ਬਾਹਰ ਇਕੱਠ ਕੀਤਾ ਗਿਆ ਉਹਨਾਂ ਵੱਲੋਂ। ਜਿਹੜੇ ਗੁਰਮੀਤ ਸਿੰਘ ਤੂਰ ਨੇ, ਜਿਹੜੇ ਸਕੱਤਰ ਨੇ ਗੁਰਦੁਆਰੇ ਦੇ, ਉਹਨਾਂ ਨੇ ਮੈਨੂੰ ਆਪ ਦੱਸਿਆ ਸੀ ਕਿ ਤਕਰੀਬਨ 250 ਜਾਂ 400 ਲੋਕ ਉੱਥੇ ਇਕੱਠੇ ਹੋਏ ਜੀ। ਖਾਸੀ ਵੱਡੀ ਗਿਣਤੀ ਸੀ ਜੀ, ਛੋਟੀ ਮੋਟੀ ਗਿਣਤੀ ਨਹੀਂ ਹੁੰਦੀ, 250 ਤੋਂ ਲੈ ਕੇ 400। ਹਾਂਜੀ, ਬਾਵਜੂਦ ਇਸਦੇ ਮੀਡੀਆ 'ਚ ਖਬਰ ਨਹੀਂ ਦਿੱਤੀ ਗਈ ਦੇਸੀ ਭਾਈਚਾਰੇ ਵੱਲੋਂ। ਹਾਲਾਂਕਿ ਦੇਸੀ ਮਾਮਲਾ ਸੀ, ਦੇਸੀ ਕੁੜੀ ਦਾ ਮਾਮਲਾ ਸੀ, ਔਰ ਦੇਸੀ ਭਾਈਚਾਰੇ ਦੇ ਲੋਕ ਉੱਥੇ ਮੁਜ਼ਾਹਰਾ ਕਰ ਰਹੇ ਸੀ, ਗੁਰਦੁਆਰੇ ਨਾਲ ਜੁੜੇ ਹੋਏ ਲੋਕ। ਪਰ ਉਸ ਖਬਰ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ, ਇਗਨੋਰ ਕਰ ਦਿੱਤਾ ਗਿਆ। ਸਾਡੀਆਂ ਜਿਹੜੀਆਂ ਰੈਲੀਆਂ ਅਸੀਂ ਰੱਖਦੇ ਹਾਂ ਰੈਡੀਕਲ ਦੇਸੀ ਵੱਲੋਂ, ਉਹ ਹਮੇਸ਼ਾ ਛੋਟੀਆਂ ਹੁੰਦੀਆਂ, ਸਾਨੂੰ ਕਦੇ ਅਫਸੋਸ ਨਹੀਂ ਇਸ ਗੱਲ ਦਾ। ਸਾਡੇ ਤਾਂ ਟਾਂਚਾ ਲਾਈਆਂ ਜਾਂਦੀਆਂ ਕਈ ਵਾਰੀ, ਕੁਛ ਮਤਲਬ ਜਿਹੜੇ ਖਚਦੇ ਕਿਸਮ ਦੇ ਹੋਸਟ ਨੇ ਜਾਂ ਸਰਕਾਰ ਪੱਖੀ, ਉਹ ਕਹਿੰਦੇ ਜੀ ਇੱਥੇ ਗਰੁੱਪ ਤੁਰਿਆ ਫਿਰਦਾ, ਰੈਲੀਆਂ ਰੱਖ ਲੈਂਦੇ, ਕੋਈ 4-5 ਬੰਦੇ ਹੀ ਹੁੰਦੇ ਉਹਨਾਂ ਦੇ, ਫਿਰ ਰੋਸਾ ਕਰਦੇ ਕਿ ਮੀਡੀਆ ਖਬਰ ਨਹੀਂ ਲਾਉਂਦਾ। ਮੈਂ ਸਿੱਧਾ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਸਾਡੀ ਖਬਰ ਵੀ ਨਾ ਲਾਓ, ਅਸੀਂ ਕੋਈ ਖਬਰਾਂ ਲਵਾਉਣ ਦੇ ਭੁੱਖੇ ਨਹੀਂ ਬੈਠੇ ਤੇ ਨਾ ਅਸੀਂ ਮਰ ਚੱਲੇ। ਪਰ ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ 400 ਦਾ ਇਕੱਠ ਕੀਤਾ ਸੀਗਾ, ਉਹਨਾਂ ਦੀ ਖਬਰ ਲਾਉਣ ਲੱਗੇ ਤੁਹਾਨੂੰ ਕੀ ਤਕਲੀਫ ਸੀ? ਬਿਲਕੁਲ, ਅਸੀਂ ਤਾਂ ਜਦੋਂ 4 ਸੀਗੇ ਬੇਕਾਰ ਸੀ, ਜਿਹੜੇ 400 ਸੀਗੇ ਉਹਨਾਂ ਦੀ ਤਾਂ ਲਾ ਦਿੰਦੇ। ਉੱਥੋਂ ਇਹ ਪਤਾ ਲੱਗਦਾ ਕਿ ਇਹ ਬਹਾਨੇਬਾਜ਼ੀਆਂ ਨੇ, ਗੱਲ ਗਿਣਤੀ ਦੀ ਨਹੀਂ ਹੈ, ਗੱਲ ਤੁਹਾਡੀ ਨੀਅਤ ਦੀ ਹੈ। ਤੁਸੀਂ ਕਿਸ ਸਰਕਾਰ ਤੋਂ, ਕਿਸ ਤਾਕਤ ਤੋਂ ਬੁਰਕੀ ਲੈ ਕੇ ਆਪਣਾ ਮਾਈਕ ਤੇ ਬੈਠੇ ਪ੍ਰਚਾਰ ਕਰ ਰਹੇ ਹੋ, ਇਹ ਉਸ 'ਚੋਂ ਨਜ਼ਰ ਆ ਰਿਹਾ। ਸੋ ਤੁਸੀਂ ਜਿਨ੍ਹਾਂ ਦੇ ਦਲਾਲ ਹੋ ਉਹਦੇ ਬਾਰੇ ਚੰਗੀ ਤਰ੍ਹਾਂ ਸਾਨੂੰ ਪਤਾ, ਇਹ ਦਲਾਲੀ ਕਰ ਰਹੇ, ਇਹ ਮੀਡੀਆ ਦੀ ਸੇਵਾ ਨਹੀਂ ਕਰ ਰਹੇ, ਨਾ ਲੋਕ ਸੇਵਾ ਕਰ ਰਹੇ। ਸੋ ਤਾਂ ਮੈਂ ਮਹਿਸੂਸ ਕਰਦਾ ਕਿ ਜਿਹੜਾ ਸਾਡਾ ਮੁਆਸ਼ਰਾ, ਇਹਨਾਂ ਨੂੰ ਆਪ ਨੂੰ ਉੱਠਣਾ ਪੈਣਾ, ਕਿਉਂਕਿ ਇਹ ਨਾ ਭੁੱਲੋ ਕਿ ਜੱਜ ਉਹਨਾਂ ਦੀ ਵਾਰੀ ਕੱਲ੍ਹ ਤੁਹਾਡੀ ਵਾਰੀ ਵੀ ਆ ਸਕਦੀ ਹੈ। ਔਰ ਮਸਲਾ ਇਕੱਲਾ ਸਾਈ ਬਾਬੇ ਦਾ ਨਹੀਂ ਗਾ, ਮਸਲਾ ਇਕੱਲਾ ਨਵਲਖੇ ਦਾ ਨਹੀਂ ਗਾ, ਮਸਲਾ ਜੱਗੀ ਜੌਲ ਦਾ ਵੀ ਹੈ, ਮਸਲਾ ਉਹਨਾਂ ਦਾ ਵੀ ਹੈ, 6 ਫॉर ਜਸਟਿਸ ਨਾਲ ਜੁੜੇ ਹੋਏ ਨੌਜਵਾਨਾਂ ਦਾ, ਜਿਨ੍ਹਾਂ ਨੇ ਪੋਸਟਰ ਲਾਏ ਨੇ, ਜੇਲ੍ਹਾਂ 'ਚ ਬੈਠੇ ਹੋਏ ਆ। ਉਹਨਾਂ 3 ਨੌਜਵਾਨਾਂ ਦਾ ਵੀ, ਸਿੱਖ ਨੌਜਵਾਨਾਂ ਦਾ, ਜਿਨ੍ਹਾਂ ਨੂੰ ਸਿਰਫ ਕਿਤਾਬਾਂ ਰੱਖਣ ਦੀ ਖਾਤਰ ਸਜ਼ਾਵਾਂ ਹੋਈਆਂ ਨੇ। ਸੋ ਇਹ ਕਿਹੜੀ ਧਿਰ ਹੈ ਜਿਹੜੀ ਇਸ ਤਰ੍ਹਾਂ ਨਹੀਂ ਉੱਥੇ ਨਿਪੀੜੀ ਜਾ ਰਹੀ। ਇਸ ਕਰਕੇ ਉਹਦੇ ਖਿਲਾਫ ਤੁਹਾਨੂੰ ਬੋਲਣਾ ਪੈਣਾ। ਉਹਨਾਂ ਹਾਲਾਤ ਇਹ ਬਣ ਗਏ ਕਿ ਜਿਹੜੇ ਇੱਥੇ ਬੋਲਣ ਵਾਲੇ ਸੀ ਉਹਨਾਂ ਦੇ ਮੂੰਹ ਬੰਦ ਕਰਾਏ ਜਾ ਰਹੇ, ਰੈਲੀਆਂ ਹੁੰਦੀਆਂ ਤੁਸੀਂ ਉੱਥੇ ਨਹੀਂ ਜਾਂਦੇ। ਫਿਰ ਇਹ ਇਸ ਤਰੀਕੇ ਨਾਲ ਤੁਸੀਂ ਸਿੱਧੇ ਢੰਗ ਨਾਲ ਉਹਨਾਂ ਲੋਕਾਂ ਦੀ ਸੇਵਾ ਕਰ ਰਹੇ ਹੋ ਜਿਹੜੇ ਤਾਕਤ 'ਚ ਵਿਰਾਜਮਾਨ ਨੇ ਅਤੇ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਉਹ ਤੁਹਾਡੀ ਗੱਲ ਵੀ ਨਹੀਂ ਸੁਣਨੀ ਚਾਹੁੰਦੇ। ਸੋ ਆਪਣੀ ਆਜ਼ਾਦੀ ਅਜਾਈ ਨਾ ਗਵਾਓ, ਜਿਹੜੇ ਤੁਹਾਡੇ ਫਰਜ਼ ਨੇ ਉਹ ਤੁਹਾਨੂੰ ਅਦਾ ਕਰਨੇ ਚਾਹੀਦੇ ਨੇ, ਔਰ ਜਿਹੜੇ ਮੀਡੀਆ ਵਾਲੇ ਆਪਣੇ ਫਰਜ਼ਾਂ ਤੋਂ ਕੁਤਾਹੀ ਕਰ ਰਹੇ ਉਹਨਾਂ ਨੂੰ ਸ਼ੀਸ਼ਾ ਵਿਖਾਉਣਾ ਤੁਹਾਡਾ ਕੰਮ ਹੈ। ਅੱਜ ਜੇ CBC ਨੇ ਇਸ ਨੂੰ ਬੜੇ ਵਿਸਥਾਰ 'ਚ ਪਬਲਿਸ਼ ਕੀਤਾ ਤਾਂ ਤੁਸੀਂ ਸੋਸ਼ਲ ਮੀਡੀਆ, ਇੰਟਰਨੈੱਟ ਜਾਂ ਆਪਣੇ ਸੋਰਸਿਸ ਵਰਤ ਕੇ ਖੁਦ ਉਹ ਆਰਟੀਕਲ ਪੜ੍ਹੋ। ਅਸੀਂ ਟੈਲੀਵਿਜ਼ਨ 'ਤੇ ਦਿਖਾਇਆ ਵੀ ਹੈ, ਉਸ ਦੀ ਇੱਕ ਝਾਕੀ ਵੀ ਦਿਖਾਈ ਹੈ, ਕਿਸ ਤਰ੍ਹਾਂ ਦਾ ਉਸ ਦਾ ਸਿਰਲੇਖ ਹੈ, ਕੀ ਲਿਖਿਆ ਹੋਇਆ। ਤੁਸੀਂ ਉਹਨੂੰ ਜੇ ਇਸ ਤਰ੍ਹਾਂ ਪੜ੍ਹੋ ਕਿ ਹੇਟ ਸਪੀਚ ਅਤੇ ਡੈਥ ਥ੍ਰੈਟਸ ਜਿਹੜੇ ਆ, ਕੈਨੇਡੀਅਨ ਅਕੈਡਮਿਕ ਖੇਤਰ ਦੇ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਚਿੰਤਕ ਨੇ, ਪ੍ਰੋਫੈਸਰ ਨੇ, ਉਹਨਾਂ ਨੂੰ
ਹਿੰਦੂ ਨੈਸ਼ਨਲਿਜ਼ਮ ਦੇ ਵੱਲੋਂ ਦਿੱਤੇ ਜਾ ਰਹੇ ਆ। ਤੇ ਜਦੋਂ ਇਹਨਾਂ ਪਿਕਚਰਾਂ ਦੇ ਨਾਲ ਅੱਗੇ ਡਿਟੇਲ ਦੇ ਵਿੱਚ ਪੜੋਗੇ ਆਰਟੀਕਲ ਦੇ ਵਿੱਚ, ਉਹ ਸਾਰੀਆਂ ਵਿਸਤਾਰਪੂਰਵਕ ਟਿੱਪਣੀਆਂ ਨੇ, ਜਿਨ੍ਹਾਂ ਟਿੱਪਣੀਆਂ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਰੇ ਲੇਖ ਦੇ ਵਿੱਚੋਂ ਤੁਹਾਨੂੰ ਸੰਕੇਤ ਮਿਲ ਜਾਣਗੇ। ਉਸ ਤੋਂ ਬਾਅਦ ਅਸੀਂ ਖੁਦ ਇਸ ਜ਼ਿੰਮੇਵਾਰੀ ਨੂੰ ਲੈ ਕੇ ਕਿ ਤੁਹਾਡੇ ਤੱਕ ਇਸ ਚੈਨਲ ਰਾਹੀਂ, ਚੈਨਲ ਪੰਜਾਬੀ ਰਾਹੀਂ ਇਹ ਗੱਲ ਪਹੁੰਚਾਈ ਹੈ, ਜਿਸ ਦਾ ਨਾ ਕਿਸੇ ਨਾਲ ਵਿਰੋਧ ਹੈ, ਨਾ ਕਿਸੇ ਨਾਲ ਲੇਖਾ ਦੇਖਾ ਹੈ। ਸਾਡਾ ਫਰਜ਼ ਇਹ ਹੈ ਕਿ ਜੇ ਅਕਾਦਮਿਕ ਖੇਤਰ ਦੇ ਵਿੱਚ ਗੱਲਬਾਤ ਕਰਨ ਲਈ ਆਵਾਜ਼ ਬੰਦ ਹੋ ਗਈ ਤਾਂ ਫਿਰ ਕੌਣ ਗੱਲ ਕਰੇਗਾ, ਕਿੱਥੋਂ ਆਵਾਜ਼ ਉੱਠੇਗੀ। ਸੋ ਸਾਨੂੰ ਇਸ ਗੱਲ ਦੀ ਲੋੜ ਵੀ ਮਹਿਸੂਸ ਹੋ ਰਹੀ ਹੈ ਕਿ ਅੱਜ ਇਹੋ ਜਿਹਾ ਟਾਈਮ ਆ ਚੁੱਕਿਆ ਕਿ ਮੀਡੀਆ ਜਿਹੜਾ ਗਦਰੀ ਬਾਬਿਆਂ ਨੇ ਸਥਾਪਿਤ ਕੀਤਾ ਸੀ ਕੈਨੇਡਾ ਦੇ ਵਿੱਚ 1910 ਦੇ ਵਿੱਚ ਸੁਦੇਸ਼ ਸੇਵਕ ਤੋਂ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਅਸੀਂ ਕਿੱਥੋਂ ਤੱਕ ਫੈਲੇ ਹਾਂ। ਪਰ ਹੁੰਦਾ ਕੀ ਹੈ ਕਿ ਉਹ ਜਿਹੜਾ ਫੈਲਿਆ ਹੋਇਆ ਅੱਜ ਦਾ ਮੀਡੀਆ, ਉਹਦੇ ਵਿੱਚੋਂ ਚੰਦ ਕੁ ਇਹੋ ਜਿਹੇ ਲੋਕ ਵੀ ਨੇ ਜਿਹੜੇ ਸਿਰਫ ਤੇ ਸਿਰਫ ਸਰਕਾਰ ਦੀ ਬੋਲੀ ਬੋਲਦੇ ਨੇ, ਤੇ ਦੂਸਰੇ ਜਿਹੜੇ ਬੋਲਣ ਵਾਲੇ ਲੋਕ ਨੇ ਉਹਨਾਂ ਦੇ ਵਿੱਚੋਂ ਕਈ ਚੁੱਪ ਕਰ ਜਾਂਦੇ ਨੇ। ਨਾ ਬੋਲਣਾ ਵੀ ਸਥਾਪਤੀ ਦਾ, ਜ਼ੁਲਮ ਦਾ, ਧੱਕੇਸ਼ਾਹੀ ਦਾ ਪੱਖ ਪੂਰਨ ਹੈ, ਤੇ ਕੁਝ ਕੁ ਰਹਿ ਜਾਂਦੇ ਨੇ ਜਿਹੜੇ ਗੱਲਬਾਤ ਕਰਦੇ ਨੇ। ਹੁਣ ਇਹ ਗੱਲਬਾਤ ਕਰਨ ਲਈ ਜੇ CBC ਤੋਂ ਹੀ ਸੇਧ ਲੈ ਲਈ ਜਾਏ, ਜੇ ਆਪ ਅਸੀਂ ਕੁਝ ਨਹੀਂ ਕੀਤਾ, ਉਹੀ ਰਿਪੋਰਟ ਚੱਕ ਲਓ, ਉਸ ਤੋਂ ਪੜ੍ਹ ਲਓ, ਉਸ ਨੂੰ ਪੰਜਾਬੀ ਅਖਬਾਰ, ਰੇਡੀਓ, ਟੈਲੀਵਿਜ਼ਨ ਅਨੁਵਾਦ ਕਰਕੇ ਉਸ ਦੇ ਪੱਤਰਕਾਰਾਂ ਨੂੰ ਨਾਲ ਲੈ ਕੇ ਗੱਲਬਾਤ ਕਰ ਲੈਣ, ਉਹ ਅੰਕੜੇ ਜਿਹੜੇ ਤੱਥ ਨੇ ਜਾਂ ਵੇਰਵੇ ਨੇ ਉਹ ਦੇ ਸਕਦੇ ਨੇ। ਉਹਨਾਂ ਪ੍ਰੋਫੈਸਰ ਜਿਹੜੇ 18 ਸ਼ਖਸੀਅਤਾਂ ਨਾਲ ਇੰਟਰਵਿਊ ਕਰਨ ਤੋਂ ਬਾਅਦ ਨਿਚੋੜ ਇਹ ਨਿਕਲਿਆ ਕਿ ਇਸ ਵੇਲੇ ਧਮਕੀਆਂ ਮਿਲ ਰਹੀਆਂ ਨੇ, ਕਿਉਂਕਿ ਜੇ ਸਟੇਟ ਦੀ ਵਿਰੋਧਤਾ ਖਾਸ ਨੁਕਤੇ 'ਤੇ ਕੀਤੀ ਜਾਂਦੀ ਹੈ, ਜਿਹੜਾ ਧੱਕੇਸ਼ਾਹੀ ਕਰ ਰਿਹਾ, ਤਾਂ ਫਿਰ ਇਹ ਸਟੇਟ ਦੀ ਤਾਕਤ ਹੈ ਕਿ ਡਰਾ ਧਮਕਾ ਸਕਦੇ ਆ। ਬਿਲਕੁਲ ਇਹ ਗੱਲ ਵੀ ਸੱਚੀ ਹੈ ਕਿ ਅੱਜ ਇਸ ਗੱਲ ਦੇ ਵਿੱਚ ਕੋਈ ਧਰਮ ਜਾਂ ਫਿਰਕਾ ਨਹੀਂ ਹੈ, ਇਸ ਦੇ ਵਿੱਚ ਕੋਈ ਰੰਗ ਜਾਂ ਨਸਲ ਨਹੀਂ ਹੈ। ਇਹ ਸਿਰਫ ਇੱਕੋ ਹੀ ਹੈ ਕਿ ਸੱਚ ਦੀ ਆਵਾਜ਼, ਧਰਮ ਨਿਰਪੱਖਤਾ ਦੀ ਆਵਾਜ਼, ਸੈਕੂਲਰਿਜ਼ਮ ਦੀ ਆਵਾਜ਼ ਅਕੈਡਮਿਕ ਖੇਤਰ 'ਚੋਂ ਆ ਰਹੀ ਹੈ, ਤੇ ਆਵਾਜ਼ ਉਠਾਉਣ ਵਾਲੇ ਵੀ ਕਿਸੇ ਖਾਸ ਫਿਰਕੇ ਨਾਲ ਸੰਬੰਧਿਤ ਨਹੀਂ, ਇਹ ਚਿੰਤਕ ਲੋਕ ਨੇ। ਸੋ ਇਹਨਾਂ ਦੇ ਪ੍ਰਤੀ ਹਾਂ ਦਾ ਨਾਰਾ ਮਾਰਨਾ ਸਾਡਾ ਫਰਜ਼ ਹੈ। ਚੈਨਲ ਪੰਜਾਬੀ ਤੋਂ ਅਸੀਂ ਉਹਨਾਂ ਸਾਰੇ ਬੁੱਧੀਜੀਵੀਆਂ ਨੂੰ ਜਿਹੜੇ ਚਾਹੇ ਭਾਰਤ ਜੇਲ੍ਹਾਂ 'ਚ ਬੰਦ ਨੇ ਜਾਂ ਇੱਥੇ ਜਿਨ੍ਹਾਂ ਦੀ ਗੱਲ ਇਸ ਵੇਲੇ ਚੱਲ ਰਹੀ ਹੈ, ਉਹਨਾਂ ਦੇ ਨਾਲ ਠੋਕਵੀਂ ਆਵਾਜ਼ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਸਮਰਥਨ ਦਿੰਦੇ ਹੋਏ ਇਹ ਫਰਜ਼ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਖੁਦ ਕੀ ਕੀ ਕਰ ਸਕਦੇ ਹਾਂ। ਸੋ ਸਾਡੇ ਅਖਤਿਆਰ 'ਚ ਜੋ ਹੈ ਗੁਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਆਮ ਲੋਕਾਂ ਤੋਂ ਜੋ ਮੰਗ ਕੀਤੀ, ਬਤੌਰ ਸਾਡੇ ਮੀਡੀਆ ਕਰਮੀ ਜਿਹੜੇ ਨੇ, ਜਿਹੜੇ ਇਸ ਗੱਲ ਦਾ ਦਰਦ ਮਹਿਸੂਸ ਕਰਦੇ ਨੇ, ਕਿਵੇਂ ਇਹੋ ਜਿਹੀਆਂ ਰਿਪੋਰਟਸ ਜਿਹੜੀਆਂ ਹੋਰ ਵੱਧ ਤੋਂ ਵੱਧ ਇਕੱਠੀਆਂ ਕਰ ਸਕਦੇ ਨੇ, ਜਾਂ ਇਸ ਕਿਉਂਕਿ ਅਸੀਂ ਵਿਦਿਆਰਥੀ ਜਦੋਂ ਜਰਨਲਿਜ਼ਮ ਦੇ ਹੁੰਦੇ ਹਾਂ ਜਾਂ ਉਹਦੇ 'ਚ ਕੰਮ ਕਰਦੇ ਹਾਂ, ਸਾਨੂੰ ਢੰਗ ਤਰੀਕੇ ਵੀ ਦੱਸੇ ਜਾਂਦੇ ਨੇ। ਬਹੁਤ ਸਾਰੇ ਨਵੇਂ ਵੀ ਨੇ ਸਾਡੇ ਮੀਡੀਆ ਕਰਮੀ ਜਿਹੜੇ ਜੇ ਸਿੱਖ ਰਹੇ ਨੇ ਪਰ ਇਹਨਾਂ ਅਦਾਰਿਆਂ 'ਚ ਆ ਰਹੇ ਨੇ, ਉਹਨਾਂ ਵਾਸਤੇ ਵੀ ਇਹੋ ਜਿਹੀ ਜਿਹੜੀ ਰਿਪੋਰਟ ਹੈ ਉਹਨਾਂ ਦੇ ਕੈਰੀਅਰ ਦੇ ਵਾਸਤੇ ਇੱਕ ਤਕੜਾ ਹੁੰਗਾਰਾ ਤੇ ਹੁਲਾਰਾ ਬਣ ਸਕਦੀ ਹੈ। ਬਿਲਕੁਲ ਬਣ ਸਕਦੀ। ਔਰ ਇਸ ਸਮੇਂ ਜਿਹੜੇ ਮੋੜ ਤੇ ਅਸੀਂ ਖਲੋਤੇ ਹਾਂ ਜੀ, ਹਾਲਾਤ ਜਿਸ ਤਰ੍ਹਾਂ ਦੇ ਕਰਵਟ ਲੈ ਰਹੇ ਨੇ, ਇੱਕ ਨਵਾਂ ਇਤਿਹਾਸਿਕ ਪਲ ਆ ਵਾਲਾ ਕਿ ਜਿੱਥੇ ਅਸੀਂ ਵੇਖਦੇ ਕਿ ਨੰਗੇ ਚਿੱਟੇ ਰੂਪ 'ਚ ਹਿੰਦੂਤਵਵਾਦ ਦੀ ਤਾਕਤ ਦਿੱਲੀ ਤੱਕ ਤੇ ਬਿਰਾਜਮਾਨ, ਔਰ ਕਿਸ ਤਰ੍ਹਾਂ ਉਸ ਦੇ ਨਾਲ ਜੁੜੇ ਹੋਏ ਲੋਕ ਇੱਥੇ ਵੀ ਲੋਕਾਂ ਨੂੰ ਡਰਾਉਂਦੇ ਆ। ਸੋ ਇਸ ਦੇ ਬਾਰੇ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਟਰੰਪ ਦੀ ਬਹੁਤ ਗੱਲਾਂ ਕਰਦੇ ਹਾਂ ਇੱਥੇ, ਅਸੀਂ ਜਿਹੜੇ ਹੋਰ ਸੱਜੇ ਪੱਖੀ ਤਾਕਤਾਂ ਜਿਵੇਂ ਹੁਣ ਫਰਾਂਸ 'ਚ ਮੈਰੀ ਲਪੇਨ ਦੀ ਹਵਾ ਬਣੀ ਹੋਈ, ਅਸੀਂ ਉਹਦੀ ਗੱਲ ਵੀ ਕਰਦੇ ਹਾਂ। ਬਿਲਕੁਲ। ਪਰ ਇਹਦੀ ਗੱਲ ਕਿਉਂ ਨਹੀਂ ਕਰਦੇ ਆਪਾਂ ਮੋਦੀ ਦੀ? ਕਿਉਂਕਿ ਮੋਦੀ ਤਾਂ ਸਭ ਨਾਲੋਂ ਜ਼ਿਆਦਾ ਖਤਰਨਾਕ ਹੈ, ਕਿਉਂਕਿ ਮੋਦੀ ਉਸ ਤਹਿਰੀਕ ਨੂੰ ਦੀ ਨੁਮਾਇੰਦਗੀ ਕਰਦਾ ਹੈ ਜਿਹੜੀ ਤਹਿਰੀਕ ਸਮਾਜ ਦੇ ਵਿੱਚ ਇੱਕ ਖਾਸ ਉਸ ਦੀ ਸੋਚ ਸਾਰੇ ਪਾਸੇ ਫੈਲ ਗਈ ਹੈ। ਜਿਹੜੇ ਲੋਕ ਈਵੀਐਮ ਦਾ ਰੁਖਸ ਕੱਢਦੇ ਫਿਰਦੇ ਨਾ, ਹੁਣ ਉਹਨਾਂ ਲਈ ਸਮਝਣ ਵਾਲੀ ਗੱਲ ਇਹ ਹੈ, ਕਸ਼ਮੀਰ ਫਾਈਲ ਵਰਗੀ ਫਿਲਮ ਜੇ ਇੰਨਾ ਕਰੋੜਾਂ ਰੁਪਈਆ ਕਮਾ ਸਕਦੀ ਹੈ, ਤੁਸੀਂ ਆਪੇ ਹਿਸਾਬ ਲਾ ਲਓ ਕਿ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਹੋਏਗੀ। ਇਹ ਉਸ ਮਾਨਸਿਕਤਾ ਦਾ ਇੱਕ ਸਬੂਤ ਹੈ ਛੋਟਾ ਜਿਹਾ। ਉਹ ਮਾਨਸਿਕਤਾ ਜਿਸ ਤਰ੍ਹਾਂ ਫੈਲੀ ਹੋਈ ਹੈ ਜਾਂ ਫੈਲਾਈ ਗਈ ਹੈ ਇਹਨੇ 100 ਸਾਲਾਂ ਦੇ ਵਿੱਚ, ਕਿਉਂਕਿ 100 ਸਾਲ ਹੋ ਚਲੇ RSS ਨੂੰ ਸਥਾਪਿਤ ਹੋਇਆ, 2025 ਜੜ ਚੱਲਿਆ। ਸੋ ਉਹਨਾਂ ਨੇ ਜਿਵੇਂ ਲੋਕਾਂ ਦੇ ਦਿਮਾਗ ਬਦਲ ਦਿੱਤੇ ਸ਼ਾਖਾਵਾਂ ਲਾ ਕੇ, ਅੱਜ ਉਹਨਾਂ ਦੇ ਵਿਚਾਰਾਂ ਵਾਲੇ ਲੋਕਾਂ ਦੀ ਘੁਸਪੈਠ ਹੋ ਰਹੀ ਹੈ ਵੱਡੇ ਵੱਡੇ ਇਦਾਰਿਆਂ ਦੇ ਵਿੱਚ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਘੁਸਪੈਠ ਹੈ। ਇਹ ਨਿਸ਼ਾਨਦੇਹੀ ਕਰਕੇ ਉਸ ਲੜਾਈ ਨੂੰ ਲੜਨ ਦਾ ਸਮਾਂ ਆ ਚੁੱਕਿਆ। ਇਹ ਨਹੀਂ ਹੈ ਕਿ ਕੋਈ ਟਰੰਪ ਵਰਗਾ ਜੋਕਰ ਥੋੜ੍ਹੇ ਸਮੇਂ ਲਈ ਆਇਆ, 4 ਸਾਲਾਂ ਬਾਅਦ ਆਪਣੀ ਝੁੱਟੀ ਲਾ ਕੇ ਚੱਲਦਾ ਬਣਿਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਦਾ ਮੁਹਾਂਦਰਾ ਬਦਲਤਾ। ਅੱਜ ਦਾ ਹਿੰਦੁਸਤਾਨ ਉਹ ਹਿੰਦੁਸਤਾਨ ਨਹੀਂ ਗਾ ਜਿਹੜਾ 75 ਸਾਲ ਪਹਿਲਾਂ ਸੀ। ਜ਼ਮੀਨ ਅਸਮਾਨ ਦਾ ਅੰਤਰ। ਨਹਿਰੂ ਨੂੰ ਬੇਸ਼ੱਕ ਗਾਣਾ ਕੱਢੀ ਜਾਓ, ਪਰ ਨਹਿਰੂ ਨੇ ਜਿਵੇਂ ਡਿਸਕਵਰੀ ਆਫ ਇੰਡੀਆ ਨਾਂ ਦੀ ਕਿਤਾਬ ਲਿਖੀ ਹੈ, ਇਹ ਜਿੰਨੇ ਨਮੂਨੇ ਜਨਸੰਖਿਆ ਦੇ ਇਕੱਠੇ ਹੋ ਜਾਣ ਨਾ, ਉਹਦਾ ਪ੍ਰੀਫੇਸ ਵੀ ਨਹੀਂ ਲਿਖ ਸਕਦੇ, ਪਰ ਫਿਰ ਵੀ ਸੱਤਾ 'ਚ ਬੈਠੇ ਨੇ, ਫਿਰ ਵੀ ਲੋਕਾਂ ਨੇ ਸੱਤਾ ਉਹਨਾਂ ਨੂੰ ਬਖਸ਼ ਦਿੱਤੀ ਹੈ, ਜਾਣਦੇ ਆ ਵੀ ਕਿ ਉਹਨਾਂ ਦਾ ਦਿਮਾਗ ਇਹੋ ਜਿਹਾ। ਸੋ ਇਹ ਮੁਆਸ਼ਰੇ 'ਚ ਜਿਹੜੀ ਇੱਕ ਜ਼ਹਿਰ ਪਸਰੀ ਹੋਈ ਹੈ, ਘੁਲੀ ਹੋਈ ਹੈ, ਇਹ ਉਸ ਦੇ ਲੱਛਣ ਨੇ ਆ ਵਾਲੇ।
ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹਨਾਂ ਨੂੰ ਕੈਰੀਅਰ ਪੋਲੀਟੀਸ਼ੀਅਨ ਨਾ ਸਮਝੋ ਬੀਜੇਪੀ ਵਾਲਿਆਂ ਨੂੰ ਕਿ ਸਿਰਫ ਵਾਰੀ ਸਿਰ ਆਪਣੀ ਆਏ ਨੇ ਵਾਰੀ ਸਿਰ ਚਲੇ ਜਾਣਗੇ। ਇਹ ਵਾਰੀਆਂ ਮੂਰੀਆਂ ਬਦਲਣ ਵਾਲੇ ਨਹੀਂ ਗੇ। ਇਹਨਾਂ ਨੇ ਸਮਾਜ ਨੂੰ, ਦੇਸ਼ ਨੂੰ, ਉਸਦੇ ਮੁਹਾਂਦਰੇ ਨੂੰ ਬਦਲ ਕੇ ਧਰ ਦਿੱਤਾ ਹੋਇਆ। ਹਕੀਕਤ ਇਹ ਆ। ਔਰ ਇਹ ਜਿਹੜੇ ਨਵੇਂ ਇਹਨਾਂ ਨੇ ਜਿਹੜੇ ਕੰਡੇ ਖਿਲਾਰੇ ਨਾ, ਜੇ ਕੱਲ੍ਹ ਨੂੰ ਕੋਈ ਆ ਵੀ ਗਿਆ ਇਹਨਾਂ ਦੀ ਥਾਂ 'ਤੇ ਸੌਖਾ ਕੰਮ ਨਹੀਂ ਗਾ ਕਿ ਇਹਨਾਂ ਨੇ ਕੰਡਿਆਂ ਨੂੰ ਮਤਲਬ ਚੁਗਣਾ, ਜਾਂ ਜਿਹੜੇ ਢਾਂਚੇ ਇਹਨਾਂ ਨੇ ਖੜੇ ਕੀਤੇ ਆ ਉਹਨਾਂ ਨੂੰ ਪੱਟ ਕੇ ਨਵੇਂ ਸਿਰੋਂ ਸੁਹਾਗਾ ਫਿਰ ਕੇ ਨਵੀਂ ਉਸਾਰੀ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਗਾ। ਸੋ ਇਹ ਸਮਝਣਾ ਪੈਣਾ ਕਿ ਇਹ ਲੜਾਈ ਮਤਲਬ ਬਹੁਤ ਜ਼ਿਆਦਾ ਔਖੀ ਲੜਾਈ ਹੈ। ਇਸ ਕਰਕੇ ਇਸ ਖਤਰਾ ਵੀ ਬਹੁਤ ਇਹਦਾ ਜਿਹੜਾ ਬਹੁਤ ਗੰਭੀਰ ਹੈ। ਇਸ ਖਤਰੇ ਨੂੰ ਤੁਸੀਂ ਆਮ ਸੱਜੇ ਪੱਖੀ ਜਿਹੜੀਆਂ ਤਾਕਤਾਂ ਤੁਰੀਆਂ ਫਿਰਦੀਆਂ ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਵਿੱਚ, ਉਹਨਾਂ ਨਾਲ ਮਿਲ ਕੇ ਨਹੀਂ ਮਿਲ ਸਕਦੇ। ਇਸ ਨੂੰ ਸਮਝਣਾ ਜ਼ਰੂਰੀ। ਇਹ ਵੀ ਗੱਲ ਹੈ, ਜਦੋਂ ਅਸੀਂ ਇਹੋ ਜਿਹੀਆਂ ਖਤਰੇ ਜਾਂ ਇਹੋ ਜਿਹੇ ਚਿੰਤਾ ਦੇ ਪੱਖ ਜਾਂ ਧਮਕੀਆਂ, ਹੇਟ ਸਪੀਚਸ ਦੀਆਂ ਜਿਹੜੀਆਂ, ਜਾਂ ਕਿਸੇ ਕਿਸਮ ਦੀ ਜਿਹੜੀ ਆ ਇਹਨਾਂ ਪ੍ਰੋਫੈਸਰ ਜਾਂ ਚਿੰਤਕਾਂ ਦੇ ਉੱਪਰ ਧੱਕੇਸ਼ਾਹੀ ਹੋ ਰਹੀ ਹੈ, ਉਸ ਦੀ ਗੱਲ ਕਰਦੇ ਹਾਂ, ਕਈ ਵਾਰ ਆਮ ਜਿਹੜਾ ਵਿਅਕਤੀ ਹੈ ਆਪਣੇ ਆਪ ਦੇ ਵਿੱਚ ਭੈ ਦੇ ਵਿੱਚ ਹੋ ਜਾਂਦਾ, ਜਾਂ ਮੀਡੀਆ ਵੀ ਇਸ ਗੱਲ ਦੇ ਭੈ 'ਚ ਹੁੰਦਾ। ਸੁਭਾਵਿਕ ਹੀ ਹੈ। ਫਿਰ ਇੱਕ ਗੱਲ ਸੋਚਣੀ ਚਾਹੀਦੀ ਹੈ ਕਿ ਜਿਨ੍ਹਾਂ ਦੀ ਅਸੀਂ ਸਹੁੰ ਖਾਂਦੇ ਹਾਂ, ਜਿਨ੍ਹਾਂ ਦੇ ਅਨੁਸਾਰ ਚੱਲਦੇ ਹਾਂ, ਉਹਨਾਂ ਨੇ ਤਾਂ ਹਰ ਜ਼ੁਲਮ ਨਾਲ ਟੱਕਰਾ ਲਿਆ। ਅਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਕਰਦੇ ਹਾਂ, ਬਾਬਰ ਨੂੰ ਜਾਬਰ ਕਿਹਾ, ਅੱਜ ਦੇ ਬਾਬਰ ਨੂੰ ਜਾਬਰ ਵੀ ਅਸੀਂ ਕਹਿਣਾ ਹੀ ਹੈ। ਅਤੇ ਜੇ ਉਸ ਵੇਲੇ ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ 2 ਤਲਵਾਰਾਂ ਪਹਿਨ ਕੇ ਇਹ ਮੀਰੀ ਅਤੇ ਪੀਰੀ ਦਾ ਕਨਸੈਪਟ ਲੈ ਕੇ ਅਤੇ ਉਸ ਵੇਲੇ ਦੇ ਜਹਾਂਗੀਰ ਅਤੇ ਉਸ ਦੇ ਸੱਤਾਧਾਰੀਆਂ ਨੂੰ ਚੁਣੌਤੀ ਦਿੱਤੀ, ਅਤੇ ਅੱਜ ਦੇ ਜਹਾਂਗੀਰ ਵੀ ਇੱਥੇ ਨੇ। ਅਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਕਿਹੜਾ ਔਰੰਗਜ਼ੇਬ ਮੁੱਕ ਗਏ, ਇਹਨਾਂ ਦੇ ਬਾਰੇ ਗੱਲ ਕਿਹਨੇ ਕਰਨੀ ਹੈ? ਅੱਜ ਕਿਹੜਾ ਫਰੁਖਸੀਅਰ ਹੈ ਨਹੀਂ, ਪਰ ਅੱਜ ਸਾਡੇ ਅੰਦਰ ਉਹ ਸਪਿਰਿਟ ਘਟਦੀ ਜਾ ਰਹੀ ਹੈ। ਇੱਥੇ ਕੈਨੇਡਾ ਦੇ ਵਿੱਚ ਬੈਠੇ ਕੋਈ ਤਲਵਾਰ ਨਹੀਂ ਲਟਕ ਰਹੀ, ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਨਹੀਂ ਕਿ ਸਾਡੀ ਜਾਨ ਦਾ ਨੁਕਸਾਨ ਹੋ ਜਾਏ, ਕਿ ਕੋਈ ਖਤਰਾ ਏਡਾ ਵੱਡਾ ਹੋ ਜਾਏ ਕਿ ਜਿਹਦੇ ਨਾਲ ਸਾਡੇ ਇੰਡੀਆ 'ਚ ਜਿਵੇਂ ਪਰਿਵਾਰਾਂ ਦੇ ਪਰਿਵਾਰ ਚੱਕ ਲੈਣੇ ਜਾਂ ਜੇਲ੍ਹਾਂ 'ਚ ਸੁੱਟ ਕੇ ਤਸ਼ੱਦਦ ਹੋਣਾ। ਇੱਥੇ ਤਾਂ ਬੋਲਣਾ ਹੀ ਹੈ ਸਿਰਫ। ਜੇ ਬੋਲ ਵੀ ਨਹੀਂ ਸਕਦੇ ਤਾਂ ਫਿਰ ਤਾਂ ਠੀਕ ਹੈ, ਜਿਹੋ ਜਿਹੇ ਇੱਥੇ ਕੀੜੇ ਮਕੌੜੇ ਆਏ ਚਲੇ ਗਏ, ਅਸੀਂ ਆਏ ਅਤੇ ਚਲੇ ਗਏ। ਆਲੇ ਦੁਆਲੇ ਜੇ ਅਸੀਂ ਕੁਝ ਕਰ ਹੀ ਨਾ ਸਕੇ ਤਾਂ ਫਿਰ ਸਾਨੂੰ ਇਹ ਕਹਿਣ ਦਾ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਦੀ ਉਮਤ ਦਾ ਜਿਹੜੇ ਲੋਕ ਏਡੇ ਮਹਾਨ ਸਨ। ਜੇ ਅਸੀਂ ਸੱਚਮੁੱਚ ਉਹਨਾਂ ਦੇ ਪੈਰੋਕਾਰ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਕੁਝ ਨਾ ਕੁਝ ਗੱਲਬਾਤ ਤਾਂ ਕਰਨੀ ਬਣਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ, ਜੇ ਉਸ ਵੇਲੇ ਕਸ਼ਮੀਰੀ ਪੰਡਤ ਜਿਹੜੇ ਉਸ ਸਮੇਂ ਔਰੰਗਜ਼ੇਬ ਦਾ ਜ਼ੁਲਮ ਦਾ ਸ਼ਿਕਾਰ ਸਨ, ਗੁਰੂ ਸਾਹਿਬ ਨੇ ਧਰਮ ਦੇ ਵਿਸ਼ਵਾਸ ਨੂੰ ਇੱਕ ਪਾਸੇ ਕਰਕੇ ਮਨੁੱਖੀ ਹੱਕਾਂ ਦੇ ਲਈ ਇਹ ਸ਼ਹਾਦਤ ਦਿੱਤੀ ਅਤੇ ਕਿਹਾ ਕਿ ਜਿਨ੍ਹਾਂ ਨਾਲ ਵਿਚਾਰ ਨਹੀਂ ਮਿਲਦੇ ਮੈਂ ਖੜ੍ਹਾਂ। ਅਤੇ ਅੱਜ ਵੀ ਇਹ ਗੱਲ ਹੈ, ਸਾਡੇ ਵਿਚਾਰ ਮਿਲਣ ਨਾ ਮਿਲਣ, ਸਾਡੇ ਵਿਚਾਰਾਂ ਦੀ ਉਹ ਗੱਲ ਨਹੀਂ ਹੈ ਕਿ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਉਹ ਕੌਣ ਨੇ। ਸਾਡਾ ਫਰਜ਼ ਇਹ ਹੈ ਕਿ ਜ਼ੁਲਮ ਕਰਨ ਵਾਲਾ ਕੌਣ ਹੈ ਅਤੇ ਜ਼ੁਲਮ ਕਿਸ 'ਤੇ ਹੋ ਰਿਹਾ। ਅਤੇ ਅੱਜ ਜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਉਹਨਾਂ ਦੇ ਨਾਲ ਜਾਂ ਅਕਾਦਮਿਕ ਖੇਤਰਾਂ ਦੇ ਵਿੱਚ ਇਹੋ ਜਿਹਾ ਜਿਹੜਾ ਪ੍ਰਭਾਵ ਨਜ਼ਰ ਆ ਰਿਹਾ, ਜਾਂ ਉਹਨਾਂ ਦੇ ਉੱਪਰ ਜਿਸ ਤਰੀਕੇ ਨਾਲ ਇਹ ਉਹਨੂੰ ਡਰਾ ਧਮਕਾ ਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਸਾਰੇ ਸੁਸਾਇਟੀ ਦੇ ਹਿੱਸਿਆਂ ਦਾ ਫਰਜ਼ ਬਣਦਾ ਕਿ ਅਸੀਂ ਬੋਲੀਏ। ਆਮ ਕਰਕੇ ਪੋਲੀਟੀਸ਼ੀਅਨ ਬਾਰੇ ਕਿਹਾ ਜਾਂਦਾ ਕੈਨੇਡਾ ਦੇ ਵਿੱਚ ਕਿ ਰਾਜਸੀ ਸੱਤਾ ਦੇ ਵਿੱਚ ਇੱਥੇ ਲੋਕ ਉਹ ਨੇ ਜਿਹੜੇ ਕਿਤੇ ਨਾ ਕਿਤੇ ਜੁਰਤ ਨਾਲ ਬੋਲਦੇ ਨੇ। ਅਤੇ ਮੈਂ ਬਿਆਨ ਵੀ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕੀਤਾ, ਕੁਛ ਪੋਲੀਟੀਸ਼ੀਅਨ ਸਮੇਂ-ਸਮੇਂ ਬਿਆਨ ਦਿੰਦੇ ਨੇ, ਠੀਕ ਹੈ, ਉਹਨਾਂ ਦੀ ਜਿੱਥੋਂ ਤੱਕ ਭੈ ਅਤੇ ਡਰ ਦੀ ਨੀਤੀ ਵੀ ਨਜ਼ਰ ਆਉਂਦੀ ਉਹ ਵੀ ਸਾਨੂੰ ਪਤਾ ਹੈ। ਪਰ ਕੈਨੇਡੀਅਨ ਪ੍ਰੋਫੈਸਰ, ਕੈਨੇਡੀਅਨ ਯੂਨੀਵਰਸਿਟੀ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਕੰਮ ਕਰਨ ਵਾਲੇ ਲੋਕ, ਜੇ ਅੱਜ ਉਹ ਬਾਕਾਇਦਾ ਤੌਰ 'ਤੇ ਕੈਨੇਡਾ ਦੀ CBC ਵਰਗੇ ਅਦਾਰੇ ਦੇ ਹਵਾਲੇ ਦੇ ਨਾਲ ਇਹ ਗੱਲ ਕਹਿ ਰਹੇ ਨੇ, ਉਸ ਹਵਾਲੇ ਦੇ ਨਾਲ ਇਹ ਸੱਚ ਸਾਹਮਣੇ ਆ ਰਿਹਾ। ਅਤੇ ਹੁਣ ਤੋਂ 3 ਦਿਨ ਹੋ ਗਏ ਇਸ ਘਟਨਾ ਅਤੇ ਖਬਰ ਨੂੰ ਪ੍ਰਕਾਸ਼ਿਤ ਹੋਇਆਂ, ਕਿ ਕੈਨੇਡਾ ਦਾ ਕੋਈ ਦੇਸੀ ਸਿਆਸਤਦਾਨ ਇੱਕ ਵੀ ਐਸਾ ਸਾਹਮਣੇ ਆਇਆ ਜਿਹੜਾ ਇਹ ਕਹੇ ਵੀ ਆਹ ਚੀਜ਼ ਜਿਹੜੀ ਕੈਨੇਡਾ ਦੇ ਵਿੱਚ, ਇਸ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾ ਸਕਦਾ, ਇਹ ਬੋਲਣ ਦੀ ਆਜ਼ਾਦੀ 'ਤੇ ਹਮਲਾ ਹੈ, ਜੋ ਮਰਜ਼ੀ ਤੁਸੀਂ ਉੱਥੇ ਕਰਦੇ ਹੋ ਉਸ ਦਾ ਜਵਾਬ ਦਿਓ, ਪਰ ਇੱਥੇ ਤੁਸੀਂ ਇਹੋ ਜਿਹੀ ਇੰਟਰਫੇਅਰ ਨਹੀਂ ਕਰ ਸਕਦੇ। ਕੋਈ ਇਹੋ ਜਿਹੀ ਗੱਲਬਾਤ ਮੈਂ ਤਾਂ ਕੋਈ ਨੋਟਿਸ ਲਿਆ ਨਹੀਂਗਾ, ਨਾ ਮੇਰੇ ਧਿਆਨ 'ਚ ਆਇਆ। ਜੇ ਹੁਣ ਅਸੀਂ ਜਿਵੇਂ ਗੱਲਾਂ ਕਰ ਰਹੇ ਹਾਂ ਸਵੇਰ ਦੀਆਂ, ਦੇਖ ਰਹੇ ਕਿਸੇ ਨੇ ਬਿਆਨ ਦਿੱਤਾ ਉਹ ਤਾਂ ਕੁਝ ਕਹਿ ਨਹੀਂ ਸਕਦਾ ਜੀ, ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਕਹਿਣੀ ਚਾਹੀਦੀ ਆ ਜੀ, ਉਹਨਾਂ ਨੂੰ ਉਸ ਗੱਲ ਦਾ ਨੋਟਿਸ ਲੈਣਾ ਚਾਹੀਦਾ, ਖਾਸ ਤੌਰ 'ਤੇ ਦੇਸੀ ਸਿਆਸਤਦਾਨਾਂ ਨੂੰ। ਹੁਣ ਜਿਵੇਂ ਮਿਸਾਲ ਦੇ ਤੌਰ 'ਤੇ ਪੁਲਵਾਮੇ 'ਚ ਹਮਲਾ ਹੋਇਆ ਸੀਗਾ, ਜੀ, ਉਹ ਹਮਲੇ ਦੇ ਲਈ ਪਾਕਿਸਤਾਨ ਨੂੰ ਕਸੂਰ ਠਹਿਰਾਇਆ ਗਿਆ, ਕਸ਼ਮੀਰੀ ਮਿਲੀਟੈਂਟ ਨੂੰ ਕਸੂਰ ਠਹਿਰਾਇਆ ਗਿਆ। ਸਾਡੇ ਸਿਆਸਤਦਾਨਾਂ ਨੇ ਇੱਥੇ ਭਾਰਤ ਨਾਲ ਫੌਜੀਆਂ ਨਾਲ ਇੱਕ ਮੁੱਠਤਾ ਪ੍ਰਗਟਾਈ ਹੈ, ਪਰ ਜਦੋਂ ਆਹ ਖਬਰਾਂ ਆਉਂਦੀਆਂ ਤਾਂ ਉਦੋਂ ਚੁੱਪ ਕਰ ਜਾਂਦੇ। ਇਹ ਤਾਂ ਗੱਲ ਨਾ ਕੋਈ ਹੋਈ। ਹੁਣ ਬੋਲੋ, ਹੁਣ ਤੁਹਾਡੇ ਦੇਸ਼ ਦੇ ਵਿੱਚ ਘੁਸਪੈਠ ਹੋ ਰਹੀ ਹੈ, ਤੁਹਾਡੇ ਦੇਸ਼ ਦੇ ਵਿੱਚ ਅਕਾਦਮਿਕ ਅਦਾਰਿਆਂ ਵਿੱਚ ਸੰਨ ਲਾਈ ਜਾ ਰਹੀ ਹੈ। ਇਹ ਬੋਲਣ ਦਾ ਵੇਲਾ ਸਾਡੇ ਦੇਸੀ ਸਿਆਸਤਦਾਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਸ ਬਾਰੇ ਬੇਬਾਕੀ ਨਾਲ ਗੱਲ ਕਰਨ।
ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਿਚਾਰਾਂ ਲਈ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਅਖੀਰ ਦੇ ਵਿੱਚ ਇੱਕੋ ਹੀ ਗੁਜ਼ਾਰਿਸ਼ ਹੈ ਕਿ ਯੂਨੀਵਰਸਿਟੀਆਂ ਤੱਕ ਜਿਹੜੇ ਲੋਕ ਪਹੁੰਚਦੇ ਨੇ ਉਹਨਾਂ ਦੀ ਸਾਰੀ ਉਮਰ ਦੀ ਘਾਲਣਾ ਹੁੰਦੀ ਹੈ ਅਤੇ ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਨੇ ਉਹ ਬਕਾਇਦਾ ਤੌਰ 'ਤੇ ਰਿੜਕੇ ਹੋਏ ਹੁੰਦੇ ਨੇ। ਉਹਨਾਂ ਦੀ ਜ਼ੁਬਾਨ ਨਾ ਬੰਦ ਹੋਣ ਦਿਓ। ਆਮ ਮਾਪੇ ਜਿਹੜੇ ਪਰਿਵਾਰ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ, ਤੁਹਾਡੇ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਕੀ ਪੜ੍ਹਾਉਣਗੇ? ਜੋ ਸਹਿਮ ਦੇ ਸਾਏ ਦੇ ਵਿੱਚ ਕੁਝ ਕਹਿ ਰਹੇ ਹੋਣਗੇ, ਉਹਨਾਂ ਦੇ ਮਨ ਦੇ ਅੰਦਰ ਵੀ ਇੱਕ ਡਰ ਹੋਏਗਾ। ਫਿਰ ਕੀ ਹਾਲ ਹੋਏਗਾ? ਕੀ ਉਹਨਾਂ ਨੂੰ ਅਸੀਂ ਉਹਨਾਂ ਦੇ ਹੱਕਾਂ ਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ? ਕੀ ਜਿਹੜੇ ਸਾਡੇ ਸਿਆਸਤਦਾਨ ਨੇ, ਸਾਡੇ ਮੀਡੀਆ ਕਰਮੀ ਨੇ, ਅਸੀਂ ਖੁਦ ਨੇ, ਅਸੀਂ ਉਹਨਾਂ ਦੀ ਆਵਾਜ਼ ਉੱਠਣ ਦੇ ਵਾਸਤੇ, ਉਹਨਾਂ ਨੂੰ ਖੁੱਲ੍ਹ ਦੇਣ ਦੇ ਵਾਸਤੇ ਕੁਝ ਗੱਲ ਨਹੀਂ ਕਰ ਸਕਦੇ? ਕਰਨੀ ਬਣਦੀ ਹੈ। ਡਾਕਟਰ ਦੁਸ਼ਯੰਤ ਕੁਮਾਰ ਤਿਆਗੀ ਦੇ ਇਹ ਲਫ਼ਜ਼ ਜਿਹੜੇ ਕਿ ਅਕਸਰ ਦਿਮਾਗ ਦੇ ਵਿੱਚ ਆਉਂਦੇ ਨੇ, ਅੱਜ ਉਹਨਾਂ ਦੇ ਰਾਹੀਂ ਹੀ ਇਸ ਗੱਲ ਨੂੰ ਸਮੇਟਦੇ ਹਾਂ। ਪੀੜ ਹੋ ਗਈ ਹੈ ਪਹਾੜ ਸੀ, अब पिघलनी चाहिए, इस हिमालय से कोई गंगा निकलनी चाहिए। सिर्फ हंगामा खड़ा करना मेरा मकसद नहीं, मेरी कोशिश है कि सूरत बदलनी चाहिए। मेरे सीने में नहीं तो तेरे सीने में सही, हो कहीं भी आग मगर आग जलनी चाहिए, हो कहीं भी आग मगर आग जलनी चाहिए। आप समूह दर्शकों का शुक्रिया। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।